ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਸਰਬ ਕਲਾ ਸਮਰੱਥ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਆਪਾਂ 194 ਅੰਗ ਦੇ ਮੱਧ ਤੱਕ ਵਿਚਾਰ ਕਰ ਚੁੱਕੇ ਹਾਂ। ਅੱਗੇ ਗੁਰੂ ਨਾਨਕ ਸਾਹਿਬ ਜੀ ਬਲ ਬਖਸ਼ਣ ਵਿਚਾਰ ਕਰਨ ਦਾ। ਅੱਗੇ ਕੀ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੌੜੀ ਬਾਣੀ ਵਿੱਚ, ਗੌੜੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਦੱਸ ਰਹੇ ਨੇ, ਸਮਝਾ ਰਹੇ ਨੇ। ਸਿਮਰਤ ਸੁਆਮੀ ਕਿਲ ਵਿਖ ਨਾਸੇ। ਮਾਲਕ ਪ੍ਰਭੂ ਦਾ ਨਾਮ ਸਿਮਰਦਿਆਂ ਪਰਮਾਤਮਾ ਦੇ ਸੇਵਕਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ, ਦੁੱਖ ਦੂਰ ਹੋ ਜਾਂਦੇ ਹਨ। ਸੁਖ ਸਹਿਜ ਆਨੰਦ ਨਿਵਾਸੈ। ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੇ ਸੁੱਖਾਂ ਦਾ, ਆਨੰਦਾਂ ਦਾ ਨਿਵਾਸ ਬਣਿਆ ਰਹਿੰਦਾ ਹੈ। ਰਾਮ ਜਨਾ ਕੋ ਰਾਮ ਭਰੋਸਾ। ਪਰਮਾਤਮਾ ਦੇ ਸੇਵਕਾਂ ਨੂੰ ਹਰ ਵੇਲੇ ਪਰਮਾਤਮਾ ਦੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ। ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਓ। ਇਸ ਵਾਸਤੇ ਪਰਮਾਤਮਾ ਦਾ ਨਾਮ ਜਪਦਿਆਂ ਉਹਨਾਂ ਦੇ ਅੰਦਰੋਂ ਹਰੇਕ ਫਿਕਰ ਮਿਟਿਆ ਰਹਿੰਦਾ ਹੈ, ਚਿੰਤਾ ਮਿਟੀ ਰਹਿੰਦੀ ਹੈ। ਰਹਾਓ ਰੁਕ ਜਾਣਾ। ਸਾਧ ਸੰਗ ਕਛ ਭਉ ਨਾ ਪ੍ਰਾਤੀ। ਸਾਧ ਸੰਗਤ ਵਿੱਚ ਰਹਿਣ ਕਰਕੇ ਪਰਮਾਤਮਾ ਦੇ ਸੇਵਕਾਂ ਨੂੰ ਕੋਈ ਵੀ ਡਰ ਪੋਹ ਨਹੀਂ ਸਕਦਾ, ਛੂਹ ਨਹੀਂ ਸਕਦਾ। ਕੋਈ ਵੀ ਭਟਕਣਾ ਪੋਹ ਨਹੀਂ ਸਕਦੀ, ਛੂਹ ਨਹੀਂ ਸਕਦੀ। ਗੁਣ ਗੋਪਾਲ ਗਾਈਐ ਦਿਨ ਰਾਤੀ। ਕਿਉਂਕਿ ਪਰਮਾਤਮਾ ਦੇ ਸੇਵਕਾਂ ਦੇ ਹਿਰਦੇ ਵਿੱਚ ਦਿਨ ਰਾਤ ਗੋਪਾਲ ਪ੍ਰਭੂ ਦੇ ਗੁਣ ਗਾਏ ਜਾਂਦੇ ਹਨ। ਉਹਨਾਂ ਦੇ ਅੰਦਰ ਹਰ ਵੇਲੇ ਸਿਫਤ ਸਲਾਹ ਟਿਕੀ ਰਹਿੰਦੀ ਹੈ। ਕਰ ਕਿਰਪਾ ਪ੍ਰਭ ਬੰਧਨ ਛੋਟ। ਮਾਇਆ ਦੇ ਬੰਧਨਾਂ ਤੋਂ ਖਲਾਸੀ ਦੇਣ ਵਾਲੇ ਪ੍ਰਭੂ ਜੀ ਨੇ ਮਿਹਰ ਕਰਕੇ ਚਰਨ ਕਮਲ ਕੀ ਦੀਨੀ ਓਟ, ਆਪਣੇ ਸੇਵਕਾਂ ਨੂੰ ਸੋਹਣੇ ਚਰਨਾਂ ਦਾ ਸਹਾਰਾ ਸਦਾ ਬਖਸ਼ਿਆ ਹੁੰਦਾ ਹੈ। ਭਾਵ ਸੋਹਣੇ ਚਰਨ ਗੁਰੂ ਦੀ ਸ਼ਬਦ ਦੀ ਮੱਤ 'ਤੇ ਚੱਲਣ ਦਾ ਸਹਾਰਾ ਦਿੱਤਾ ਹੁੰਦਾ ਹੈ। ਕਹੋ ਨਾਨਕ ਮਨ ਭਈ ਪ੍ਰੀਤੀਤ, ਨਿਰਮਲ ਜਸ ਪੀਵਹਿ ਜਨ ਨੀਤ। ਇਸ ਵਾਸਤੇ ਹੇ ਨਾਨਕ, ਪਰਮਾਤਮਾ ਦੇ ਸੇਵਕਾਂ ਦੇ ਮਨ ਵਿੱਚ ਪਰਮਾਤਮਾ ਦੀ ਓਟ ਆਸਰੇ ਦਾ ਨਿਸ਼ਚਾ ਬਣਿਆ ਰਹਿੰਦਾ ਹੈ ਅਤੇ ਪਰਮਾਤਮਾ ਦੇ ਸੇਵਕ ਸਦਾ ਜੀਵਨ ਨੂੰ ਪਵਿੱਤਰ ਕਰਨ ਵਾਲਾ ਸਿਫਤ ਸਲਾਹ ਦਾ ਅੰਮ੍ਰਿਤ ਪੀਂਦੇ ਰਹਿੰਦੇ ਹਨ। ਅੰਮ੍ਰਿਤ ਪੀਣਾ, ਉਸ ਦੀ ਬਾਣੀ ਨੂੰ ਵਿਚਾਰਨਾ, ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ ਅਤੇ ਗੁਰੂ ਦੇ ਸ਼ਬਦ 'ਤੇ, ਗੁਰੂ ਦੀ ਮੱਤ 'ਤੇ ਚੱਲਣਾ, ਇਹੀ ਹੈ ਅੰਮ੍ਰਿਤ ਪੀਣਾ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਹਰ ਚਰਨੀ ਜਾ ਕਾ ਮਨ ਲਾਗਾ। ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਪਰਚ ਜਾਂਦਾ ਹੈ, ਦੁੱਖ ਦਰਦ ਭਰਮ ਤਾਂ ਕਾ ਭਾਗਾ। ਉਹਨਾਂ ਦਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ। ਉਸ ਦੀ ਮਾਇਆ ਆਦਿਕ ਵਾਲੀ ਭਟਕਣਾ ਮੁੱਕ ਜਾਂਦੀ ਹੈ। ਹਰ ਤਨ ਕੋ ਵਪਾਰੀ ਪੂਰਾ। ਪਰਮਾਤਮਾ ਦੇ ਨਾਮ ਧਨ ਦਾ ਵਣਜ ਕਰਨ ਵਾਲਾ ਮਨੁੱਖ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ। ਉਸ ਉੱਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਜਿਸੇ ਨਿਵਾਜੈ ਸੋ ਜਨ ਸੂਰਾ। ਰਹਾਓ। ਜਿਸ ਮਨੁੱਖ ਉੱਤੇ ਪਰਮਾਤਮਾ ਆਪਣਾ ਨਾਮ ਧਨ ਦੀ ਦਾਤ ਦੀ ਮਿਹਰ ਬਖਸ਼ਿਸ਼ ਕਰਦਾ ਹੈ, ਕਿਰਪਾ ਕਰਦਾ ਹੈ, ਉਹ ਮਨੁੱਖ ਵਿਕਾਰਾਂ ਦੇ ਠਾਕਰੇ ਤੋਂ ਸੂਰਮਾ ਬਣ ਜਾਂਦਾ ਹੈ। ਵਿਕਾਰਾਂ ਨਾਲ ਲੜਨ ਦੀ ਤਾਕਤ ਆ ਜਾਂਦੀ ਹੈ, ਉਸ ਵਿੱਚ ਬੰਧਨਾਂ ਤੋਂ ਖਲਾਸੀ ਮਿਲ ਜਾਂਦੀ ਹੈ। ਰਹਾਓ ਰੁਕ ਜਾਣਾ, ਜਿਸ 'ਤੇ ਗੁਰੂ ਸਾਹਿਬ ਜੀ ਨਜ਼ਰ ਕਰਦੇ, ਬਖਸ਼ਿਸ਼ ਕਰਦੇ ਹਨ। ਜਗ ਕੋ ਭਏ ਕਿਰਪਾਲ ਗੁਸਾਈ। ਪਰ ਨਾਮ ਧਨ ਦੀ ਦਾਤ ਗੁਰੂ ਰਾਹੀਂ ਮਿਲਦੀ ਹੈ ਅਤੇ ਜਿਨ੍ਹਾਂ ਮਨੁੱਖਾਂ ਉੱਤੇ ਧਰਤੀ ਦੇ ਮਾਲਕ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਸੇ ਜਨ ਲਾਗੇ ਗੁਰ ਕੀ ਪਾਈ। ਉਹ ਮਨੁੱਖ ਗੁਰੂ ਦੀ ਚਰਨੀ ਆ ਲੱਗਦੇ ਹਨ, ਗੁਰੂ ਦੀ ਸ਼ਰਨ ਪੈਂਦੇ ਹਨ। ਸੁਖ ਸਹਿਜ ਸ਼ਾਂਤ ਆਨੰਦਾ। ਉਹਨਾਂ ਦੇ ਅੰਦਰ ਸਦਾ ਸੁੱਖ ਸ਼ਾਂਤੀ ਅਤੇ ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ। ਜਪ ਜਪ ਜੀਵੈ ਪਰਮਾਨੰਦਾ। ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪ੍ਰਭੂ ਨੂੰ ਸਿਮਰ ਸਿਮਰ ਕੇ ਮਨੁੱਖ ਆਤਮਿਕ ਜੀਵਨ ਹਾਸਲ ਕਰ ਲੈਂਦੇ ਹਨ।
ਨਾਮ ਰਾਸ ਸਾਧ ਸੰਗ ਖਾਟੀ। ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਧਨ ਦਾ ਸਰਮਾਇਆ ਕਮਾ ਲਿਆ ਹੈ, ਭਾਵ ਇਕੱਠਾ ਕਰ ਲਿਆ ਹੈ ਨਾਮ ਧਨ, ਕਹੋ ਨਾਨਕ ਪ੍ਰਭ ਅਪਦਾ ਕਾਟੀ। ਹੇ ਨਾਨਕ, ਪਰਮਾਤਮਾ ਨੇ ਉਸ ਦੀ ਹਰੇਕ ਕਿਸਮ ਦੀ ਵਿਪਤਾ ਦੂਰ ਕਰ ਦਿੱਤੀ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਹਰ ਸਿਮਰਤ ਸਭ ਮਿਟੇ ਕਲੇਸ਼। ਪਰਮਾਤਮਾ ਦਾ ਨਾਮ ਸਿਮਰਿਆਂ ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ। ਚਰਨ ਕਮਲ ਮਨ ਮਹਿ ਪ੍ਰਵੇਸ਼। ਆਪਣੇ ਮਨ ਵਿੱਚ ਪਰਮਾਤਮਾ ਦੇ ਸੋਹਣੇ ਚਰਨ ਵਸਾਈ ਰੱਖ। ਉਚਰੋ RAM ਨਾਮ ਲੱਖ ਬਾਰੀ। ਹੇ ਮੇਰੀ ਪਿਆਰੀ ਜੀਵ, ਲੱਖ ਵਾਰੀ ਪਰਮਾਤਮਾ ਦਾ ਨਾਮ ਉਚਾਰਦੀ ਰਹੋ, ਸਿਫਤ ਸਲਾਹ ਕਰਦੀ ਰਹੋ ਉਸ ਮਾਲਕ ਦੇ ਨਾਮ ਦੀ। ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਓ। ਤੇ ਪਰਮਾਤਮਾ ਦਾ ਆਤਮਿਕ ਜੀਵਨ ਵਾਲਾ ਨਾਮ ਰਸ ਪੀਂਦੀ ਰਹੋ, ਰਹਾਓ ਰੁਕ ਜਾਣਾ। ਸੁਖ ਸਹਿਜ ਰਸ ਮਹਾ ਆਨੰਦਾ। ਜਿਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਿਕ ਆਨੰਦ ਦੇ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ, ਜਪ ਜਪ ਜੀਵੈ ਪਰਮਾਨੰਦਾ, ਉਹ ਆਤਮਿਕ ਜੀਵਨ ਹਾਸਲ ਕਰ ਲੈਂਦੇ ਹਨ। ਉਹਨਾਂ ਦੇ ਅੰਦਰ ਆਤਮਿਕ ਅਡੋਲਤਾ ਤੇ ਵੱਡੇ ਸੁੱਖ ਆਨੰਦ ਬਣੇ ਰਹਿੰਦੇ ਹਨ। ਕਾਮ ਕ੍ਰੋਧ ਲੋਭ ਮਦ ਖੋਏ। ਨਾਮ ਰਸ ਪੀਣ ਵਾਲੇ ਮਨੁੱਖ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਹੰਕਾਰ ਆਦਿਕ ਵਿਕਾਰਾਂ ਦਾ ਨਾਸ਼ ਕਰ ਲੈਂਦੇ ਹਨ। ਨਾਮ ਰਸ ਭਾਵ ਸ਼ਬਦ ਦੀ ਸਿਫਤ ਸਲਾਹ ਕਰਨੀ, ਗੁਰੂ ਦੀ ਸ਼ਬਦ ਦੇ ਗੁਰੂ ਦੀ ਮੱਤ 'ਤੇ ਚੱਲਣਾ। ਉਹ ਕੀ ਕਰ ਲੈਂਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿਕਾਰ ਨਾਸ਼ ਹੋ ਜਾਂਦੇ ਨੇ, ਸ਼ਾਂਤ ਹੋ ਜਾਂਦੇ ਨੇ। ਸਾਧ ਕੇ ਸੰਗ ਕਿਲ ਬਿਖ ਸਭ ਧੋਏ। ਗੁਰੂ ਦੀ ਸੰਗਤ ਵਿੱਚ ਰਹਿ ਕੇ ਉਹ ਆਪਣੇ ਮਨ ਵਿੱਚੋਂ ਸਾਰੇ ਪਾਪ ਧੋ ਲੈਂਦੇ ਹਨ। ਕਰ ਕਿਰਪਾ ਪ੍ਰਭ ਦੀਨ ਦਿਆਲਾ। ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ, ਮਿਹਰ ਕਰ। ਨਾਨਕ ਦੀਜੇ ਸਾਧ ਰਵਾਲਾ। ਤੇ ਨਾਨਕ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖਸ਼, ਗੁਰੂ ਦਾ ਨਾਮ ਬਖਸ਼, ਗੁਰੂ ਦੀ ਮੱਤ ਬਖਸ਼। ਗੁਰੂ ਸਾਹਿਬ ਜੀ ਮਿਹਰ ਕਰਨ ਸਭਨਾਂ 'ਤੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 195 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਸਮਝਾ ਰਹੇ ਨੇ। ਗੌੜੀ ਮਹੱਲਾ ਪੰਜਵਾਂ। ਜਿਸ ਕਾ ਦੀਆ ਪਹਿਨੇ ਖਾਏ। ਹੇ ਮਾਂ, ਜਿਸ ਪਰਮਾਤਮਾ ਦਾ ਦਿੱਤਾ ਹੋਇਆ ਅੰਨ ਮਨੁੱਖ ਖਾਂਦਾ ਹੈ, ਦਿੱਤੇ ਹੋਏ ਕੱਪੜੇ ਮਨੁੱਖ ਪਹਿਨਦਾ ਹੈ, ਤਿਸ ਸਿਉ ਆਲਸ ਕਿਉਂ ਬਣੇ ਮਾਏ। ਉਸ ਦੀ ਯਾਦ ਵੱਲੋਂ ਆਲਸ ਕਰਨਾ ਕਿਸੇ ਤਰ੍ਹਾਂ ਵੀ ਫਬਦਾ ਨਹੀਂ। ਖਸਮ ਵਿਸਾਰ ਆਨ ਕੰਮ ਲਾਗੈ। ਜਿਹੜਾ ਮਨੁੱਖ ਮਾਲਕ ਪ੍ਰਭੂ ਦੀ ਯਾਦ ਭੁਲਾ ਕੇ ਹੋਰ ਕੰਮ ਵਿੱਚ ਰੁੱਝੇ ਰਹਿੰਦੇ ਹਨ, ਕੌਡੀ ਬਦਲੇ ਰਤਨ ਤਿਆਗੈ ਰਹਾਉ। ਉਹ ਨਕਾਰੀ ਮਾਇਆ ਦੇ ਵੱਟੇ ਵਿੱਚ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਲੈਂਦੇ ਹਨ। ਉਹ ਰਤਨ ਤਾਂ ਸੁੱਟ ਦਿੰਦੇ ਹਨ, ਪਰ ਕੌਡੀਆਂ ਨੂੰ ਸਾਂਭ ਲੈਂਦੇ ਹਨ, ਰਹਾਉ ਰੁਕ ਜਾਣਾ। ਪ੍ਰਭ ਤਿਆਗ ਲਾਗਤ ਅਨ ਲੋਭਾ। ਪਰਮਾਤਮਾ ਨੂੰ ਛੱਡ ਕੇ ਹੋਰ ਪਦਾਰਥਾਂ ਦੇ ਲੋਭ ਵਿੱਚ ਲੱਗਿਆਂ ਦਾਸ ਸਲਾਮ ਕਰਤ ਕਰ ਸੋਭਾ। ਤੇ ਪਰਮਾਤਮਾ ਦੀ ਦਾਸੀ ਮਾਇਆ ਨੂੰ ਸਲਾਮ ਕੀਤਿਆਂ ਕਿਤੇ ਵੀ ਸੋਭਾ ਨਹੀਂ ਮਿਲ ਸਕਦੀ। ਅੰਮ੍ਰਿਤ ਰਸ ਖਾਵੈ ਖਾਣ ਪਾਣ। ਕੁੱਕਰ ਬਿਰਤੀ ਦੇ ਮਨੁੱਖ, ਕੁੱਕਰ ਭਾਵ ਕੁੱਤੇ ਬਿਰਤੀ ਦੇ ਮਨੁੱਖ ਸੁਆਦਲੇ ਭੋਜਨ ਖਾਂਦੇ ਹਨ, ਚੰਗੇ ਚੰਗੇ ਖਾਣੇ ਖਾਂਦੇ ਹਨ, ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ। ਜਿਨ ਦੀਏ ਤਿਸੈ ਨਾ ਜਾਣੈ ਸਵਾਣ। ਪਰ ਜਿਸ ਪਰਮਾਤਮਾ ਨੇ ਇਹ ਸਾਰੇ ਪਦਾਰਥ ਦਿੱਤੇ ਹੋਏ ਹਨ, ਕੁੱਤੇ ਦੇ ਸੁਭਾਅ ਵਾਲੇ ਮਨੁੱਖ ਉਸ ਨੂੰ ਜਾਣਦੇ ਪਛਾਣਦੇ ਵੀ ਨਹੀਂ। ਗੁਰੂ ਸਾਹਿਬ ਨੇ ਆਪਾਂ ਨੂੰ ਸਮਝਾਉਣ ਲਈ ਕੁੱਤਾ ਵਰਤਿਆ ਹੈ, ਕੁੱਤੇ ਦੇ ਨਾਲ ਕੰਪੈਰੀਜ਼ਨ ਕੀਤਾ ਆਪਾਂ ਨੂੰ ਉਹਨਾਂ ਮਨੁੱਖਾਂ ਨੂੰ ਜੋ ਉਸ ਨੂੰ ਵਿਸਾਰ ਦਿੰਦੇ ਨੇ, ਭੁਲਾ ਦਿੰਦੇ ਹਨ। ਕਹੋ ਨਾਨਕ ਹਮ ਲੂਣ ਹਰਾਮੀ। ਨਾਨਕ ਆਖਦਾ ਹੈ ਕਿ ਹੇ ਪ੍ਰਭੂ, ਅਸੀਂ ਜੀਵ ਨਾ ਸ਼ੁਕਰੇ ਹਾਂ, ਬਖਸ਼ ਲਿਓ ਪ੍ਰਭ ਅੰਤਰਜਾਮੀ। ਹੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ, ਸਾਨੂੰ ਬਖਸ਼ ਲੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਪ੍ਰਭ ਕੈ ਚਰਨ ਮਨ ਮਹਿ ਧਿਆਨ।
हे ਮੇਰੇ ਵੀਰ, ਆਪਣੇ ਮਨ ਵਿੱਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ। ਸਗਲ ਤੀਰਥ ਮੰਜਣ ਇਸ਼ਨਾਨ। ਪ੍ਰਭੂ ਚਰਨਾਂ ਦਾ ਧਿਆਨ ਹੀ ਸਾਰੇ ਤੀਰਥਾਂ ਦਾ ਇਸ਼ਨਾਨ ਹੈ। ਹਰ ਦਿਨ ਹਰ ਸਿਮਰਨ ਮੇਰੇ ਭਾਈ। ਹੇ ਮੇਰੇ ਵੀਰ, ਸਾਰਾ ਦਿਨ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ, ਉਸ ਨੂੰ ਯਾਦ ਕਰਿਆ ਕਰ। ਕੋਟ ਜਨਮ ਕੀ ਮਲ ਲਹਿ ਜਾਈ ਰਹਾਉ। ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਉਸ ਨੂੰ ਯਾਦ ਕਰਦੇ ਹਨ, ਉਸ ਦੀ ਸਿਫਤ ਸਲਾਹ ਕਰਦੇ ਹਨ, ਉਸ ਦੇ ਕਰੋੜਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। ਰਹਾਉ ਰੁਕ ਜਾਣਾ। ਹਰ ਕੀ ਕਥਾ ਰਿੱਧ ਮਹਿ ਬਸਾਈ। ਹੇ ਮੇਰੇ ਭਾਈ, ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਮਨ ਬਾਛਤ ਸਗਲੇ ਫਲ ਪਾਈ। ਉਹ ਸਾਰੇ ਮਨ ਲੋੜੀਦੇ ਫਲ ਪ੍ਰਾਪਤ ਕਰ ਲੈਂਦਾ ਹੈ। ਜੀਵਨ ਮਰਨ ਜਨਮ ਪਰਵਾਨ। ਜਨਮ ਤੋਂ ਲੈ ਕੇ ਮੌਤ ਤੱਕ ਉਸ ਮਨੁੱਖ ਦਾ ਸਾਰਾ ਜੀਵਨ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਜਾ ਕੇ ਹਿਰਦੇ ਵਸੇ ਭਗਵਾਨ। ਜਿਸ ਮਨੁੱਖ ਦੇ ਹਿਰਦੇ ਵਿੱਚ ਭਗਵਾਨ ਆ ਵਸਦਾ ਹੈ, ਕਹੋ ਨਾਨਕ ਸੇਈ ਜਨ ਪੂਰੈ। ਹੇ ਨਾਨਕ, ਉਹੀ ਮਨੁੱਖ ਸਿੱਧੇ ਜੀਵਨ ਵਾਲੇ ਬਣਦੇ ਹਨ, ਸ਼ੁੱਧ ਜੀਵਨ ਵਾਲੇ ਬਣਦੇ ਹਨ, ਚੰਗੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਹੋ ਜਾਂਦੀ ਹੈ, ਨਦਰ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਜਿਨ ਪ੍ਰਾਪਤ ਸਾਧੂ ਤੂਰੈ। ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਂਦੀ ਹੈ, ਗੁਰੂ ਦੇ ਸ਼ਬਦ ਦੀ, ਗੁਰੂ ਦੀ ਮੱਤ ਮਿਲ ਜਾਂਦੀ ਹੈ, ਗੁਰੂ ਦੀ ਸਿਫਤ ਸਲਾਹ ਮਿਲ ਜਾਂਦੀ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਪੰਜਵੇਂ ਗੁਰੂ, ਕੀ ਸਮਝਾ ਰਹੇ ਨੇ ਆਪਾਂ ਨੂੰ ਅੱਗੇ। ਖਾਂਦਾ ਪਹਿਨਦਾ ਮੁਕਰ ਪਾਏ। ਖਾਂਦਾ ਰਹਿੰਦਾ ਹੈ, ਪਹਿਨਦਾ ਰਹਿੰਦਾ ਹੈ, ਅਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ। ਮੁਕਰਿਆ ਇਹ ਰਹਿੰਦਾ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ। ਗੱਲੋਂ ਮੁਕਰਿਆ ਰਹਿੰਦਾ ਹੈ ਕਿ ਖਾਂਦਾ ਵੀ ਰਹਿੰਦਾ, ਪਹਿਨਦਾ ਵੀ ਰਹਿੰਦਾ, ਅਤੇ ਮੁਕਰ ਵੀ ਜਾਂਦਾ। ਤਿਸ ਨੂੰ ਜੋ ਹੈ ਦੂਤ ਧਰਮ ਰਾਏ। ਉਸ ਮਨੁੱਖ ਨੂੰ ਧਰਮਰਾਜ ਦੇ ਦੂਤ ਆਪਣੇ ਤੱਕ ਵਿੱਚ ਰੱਖਦੇ ਹਨ। ਭਾਵ ਉਹ ਮਨੁੱਖ ਸਦਾ ਆਤਮਿਕ ਮੌਤ ਮਰਦੇ ਰਹਿੰਦੇ ਹਨ। ਤਿਸ ਸਿਉ ਬੇਮੁਖ ਜਿਨ ਜੀਓ ਪਿੰਡ ਦੀਨਾ। ਤੂੰ ਉਸ ਪਰਮਾਤਮਾ ਨੂੰ ਯਾਦ ਵੱਲੋਂ ਮੂੰਹ ਮੋੜੀ ਬੈਠਾ ਹੈ, ਜਿਸ ਨੇ ਤੈਨੂੰ ਜਿੰਦ ਦਿੱਤੀ ਹੈ, ਜਿਸ ਨੇ ਤੈਨੂੰ ਸਰੀਰ ਦਿੱਤਾ ਹੈ। ਕੋਟ ਜਨਮ ਭਰਮੈ ਬਹੁ ਜੂਨਾ ਰਹਾਉ। ਯਾਦ ਰੱਖ, ਇੱਥੋਂ ਖੁੰਝ ਕੇ ਕਰੋੜਾਂ ਜਨਮਾਂ ਵਿੱਚ, ਅਨੇਕਾਂ ਜੂਨਾਂ ਵਿੱਚ ਭਟਕਦਾ ਫਿਰੇਗਾ। ਰਹਾਉ ਸਾਕਤ ਕੀ ਐਸੀ ਹੈ ਰੀਤ। ਮਾਇਆ ਵਿਹੜੇ ਮਨੁੱਖ ਦੀ ਜੀਵਨ ਮਰਿਆਦਾ ਹੀ ਐਸੀ ਹੈ। ਸਾਕਤ ਜਿਹੜਾ ਮਨੁੱਖ ਉਸ ਰੱਬ ਤੋਂ ਨਾਮੁਨਕਰ ਹੈ, ਉਸ ਨੂੰ ਨਹੀਂ ਮੰਨਦਾ। ਜੋ ਕਿਛ ਕਰੇ ਸਗਲ ਬੇਪ੍ਰੀਤ। ਉਹ ਜੋ ਕੁਝ ਵੀ ਕਰਦਾ ਹੈ, ਸਾਰਾ ਬੇਮੁਖਤਾ ਦਾ ਕੰਮ ਹੀ ਕਰਦਾ ਹੈ, ਰੱਬ ਤੋਂ ਉਲਟ ਹੀ ਕਰਦਾ ਹੈ, ਉਸ ਦੀ ਰਜ਼ਾ ਤੋਂ ਉਲਟ ਹੀ ਕਰਦਾ ਹੈ। ਜੀਉ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨੋਂ ਵਿਸਾਰਿਆ। ਜਿਸ ਪਰਮਾਤਮਾ ਨੇ ਜੀਵ ਦੀ ਜਿੰਦ ਨੂੰ, ਮਨ ਨੂੰ, ਸਰੀਰ ਨੂੰ ਆਪਣੀ ਜੋਤ ਦਾ ਸਹਾਰਾ ਦਿੱਤਾ ਹੈ, ਉਸ ਪਾਲਣਹਾਰ ਪ੍ਰਭੂ ਨੂੰ ਸਾਕਤ ਮਨੁੱਖ ਆਪਣੇ ਮਨ ਤੋਂ ਭੁਲਾਈ ਰੱਖਦਾ ਹੈ। ਵਧੇ ਵਿਕਾਰ ਲਿਖੇ ਬਹੁ ਕਾਗਰ। ਇਸ ਤਰ੍ਹਾਂ ਉਹ ਸਾਕਤ ਨੇ ਇਤਨੇ ਵਿਕਾਰ ਵੱਧ ਜਾਂਦੇ ਹਨ, ਉਹਨਾਂ ਦੇ ਅਨੇਕਾਂ ਦਫ਼ਤਰ ਹੀ ਲਿਖੇ ਜਾਂਦੇ ਹਨ। ਨਾਨਕ ਉਦਰ ਕਿਰਪਾ ਸੁਖ ਸਾਗਰ। ਹੇ ਨਾਨਕ, ਪ੍ਰਭੂ ਦਰ 'ਤੇ ਅਰਦਾਸ ਕਰਕੇ ਆਖ ਕਿ ਹੇ ਦਇਆ ਦੇ ਸਮੁੰਦਰ, ਹੇ ਸੁੱਖਾਂ ਦੇ ਸਮੁੰਦਰ, ਤੂੰ ਆਪ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ ਬਚਾ ਕੇ ਰੱਖ। ਪਾਰ ਬ੍ਰਹਮ ਤੇਰੀ ਸਰਨਾਏ। ਹੇ ਪਾਰ ਬ੍ਰਹਮ ਪ੍ਰਭੂ, ਜਿਹੜਾ ਮਨੁੱਖ ਤੇਰੀ ਮਿਹਰ ਨਾਲ ਤੇਰੀ ਸ਼ਰਨ ਆਉਂਦਾ ਹੈ, ਬੰਧਨ ਕਾਟ ਤਰਹਿ ਹਰ ਨਾਏ। ਰਹਾਉ ਦੂਜਾ, ਉਹ ਤੇਰੇ ਹਰ ਨਾਮ ਦੀ ਬਰਕਤ ਨਾਲ ਆਪਣੇ ਮਾਇਆ ਦੇ ਬੰਧਨ ਕੱਟ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਰਹਾਉ ਦੂਜਾ ਰੁਕ ਜਾਣਾ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਆਪਣੇ ਲੋਭ ਕੋਹ ਕੀਨੋ ਮੀਤ। ਵੇਖੋ ਗੋਬਿੰਦ ਦੀ
ਉਦਾਰਤਾ। ਭਾਵੇਂ ਕੋਈ ਮਨੁੱਖ ਆਪਣੇ ਕਿਸੇ ਲਾਲਚ ਦੀ ਖਾਤਰ ਉਸ ਨੂੰ ਮਿੱਤਰ ਬਣਾਉਂਦਾ ਹੈ। ਸਗਲ ਮਨੋਰਥ ਮੁਕਤ ਪਦ ਦੀਤ, ਫਿਰ ਵੀ ਉਹ ਉਸ ਦੇ ਸਾਰੇ ਮਨੋਰਥਾਂ ਨੂੰ ਪੂਰਾ ਕਰ ਦਿੰਦਾ ਹੈ ਅਤੇ ਉਸ ਨੂੰ ਉਹ ਆਤਮਿਕ ਅਵਸਥਾ ਵੀ ਦਿੰਦਾ ਹੈ ਜਿੱਥੇ ਕੋਈ ਵਾਸਨਾ ਪੋ ਨਹੀਂ ਸਕਦੀ। ਐਸਾ ਮੀਤ ਕਰੋ ਸਭ ਕੋਏ, ਹੇ ਹਰੇਕ ਮਨੁੱਖ ਇਹੋ ਜਿਹੇ ਪ੍ਰਭੂ ਨੂੰ ਮਿੱਤਰ ਬਣਾਓ। ਜਾਤੈ ਬਿਰਥੈ ਕੋਏ ਨਾ ਹੋਏ ਰਹਾਓ, ਜਿਸ ਦੇ ਦਰ 'ਤੇ ਕੋਈ ਖਾਲੀ ਨਹੀਂ ਰਹਿੰਦਾ। ਰਹਾਓ ਰੁਕ ਜਾਣਾ। ਆਪਣੇ ਸੁਆਏ ਰਿੱਧੈ ਲੈ ਧਾਰਿਆ, ਜਿਸ ਮਨੁੱਖ ਨੇ ਉਸ ਗੋਬਿੰਦ ਨੂੰ ਆਪਣੀ ਗਰਜ ਵਾਸਤੇ ਵੀ ਆਪਣੇ ਹਿਰਦੇ ਵਿੱਚ ਲਿਆ ਟਿਕਾਇਆ ਹੈ। ਦੁੱਖ ਦਰਦ ਰੋਗ ਸਗਲ ਵਿਦਾਰਿਆ, ਗੋਬਿੰਦ ਨੇ ਉਸ ਦੇ ਸਾਰੇ ਦੁੱਖ ਦਰਦ ਸਾਰੇ ਰੋਗ ਦੂਰ ਕਰ ਦਿੱਤੇ ਹਨ। ਰਸਨਾ ਗੀਧੀ ਬੋਲਤ ਰਾਮ, ਜਿਸ ਮਨੁੱਖ ਦੀ ਜੀਭ ਗੋਬਿੰਦ ਦਾ ਨਾਮ ਉਚਰਨ ਲਈ ਤਾਂ ਕਰਦੀ ਹੈ, ਪੂਰਨ ਹੋਏ ਸਗਲੇ ਕਾਮ, ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਇਨਕ ਬਾਰ ਨਾਨਕ ਬਲਿਹਾਰਾ, ਅਸੀਂ ਆਪਣੇ ਗੋਬਿੰਦ ਤੋਂ ਅਨੇਕਾਂ ਵਾਰੀ ਕੁਰਬਾਨ ਜਾਂਦੇ ਹਾਂ। ਸਫਲ ਦਰਸ਼ਨ ਗੋਬਿੰਦ ਹਮਾਰਾ, ਹੇ ਨਾਨਕ ਸਾਡਾ ਗੋਬਿੰਦ ਐਸਾ ਹੈ, ਸਾਡਾ ਮਾਲਕ ਉਹ ਵਾਹਿਗੁਰੂ ਅੱਲਾ ਗੋਡ ਐਸਾ ਹੈ ਕਿ ਉਸ ਦਾ ਦਰਸ਼ਨ ਸਾਰੇ ਫਲ ਦਿੰਦਾ ਹੈ। ਭਾਵ ਉਸ ਦੀ ਮੱਤ 'ਤੇ ਚੱਲਿਆ, ਗੁਰੂ ਦੇ ਸ਼ਬਦ ਦੀ ਮੱਤ 'ਤੇ ਤੁਰਿਆ, ਗੁਰੂ ਦੀ ਮੱਤ 'ਤੇ ਚੱਲਿਆ, ਸਾਰੇ ਕੰਮ ਸਫਲ ਹੋ ਜਾਂਦੇ ਹਨ, ਸਭ ਫਲ ਪ੍ਰਾਪਤ ਹੋ ਜਾਂਦੇ ਹਨ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰੂ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਕੋਟ ਬਿਗਨ ਹਿਰੇ ਖਿਨ ਮਾਹੇ, ਉਹਨਾਂ ਦੀ ਜ਼ਿੰਦਗੀ ਦੇ ਰਾਹ ਵਿੱਚ ਆਉਣ ਵਾਲੀਆਂ ਕਰੋੜਾਂ ਰੁਕਾਵਟਾਂ ਇੱਕ ਖਿਣ ਵਿੱਚ ਨਾਸ਼ ਹੋ ਜਾਂਦੀਆਂ ਹਨ। ਹਰ ਹਰ ਕਥਾ ਸਾਧ ਸੰਗ ਸੁਣਾ ਹੈ, ਜਿਹੜੇ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਹਨ। ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ, ਪਰਮਾਤਮਾ ਦਾ ਨਾਮ ਰਸ ਪੀਂਦਿਆਂ ਪਰਮਾਤਮਾ ਦੇ ਆਤਮਿਕ ਜੀਵਨ ਦੇਣ ਵਾਲੇ ਗੁਣਾਂ ਦਾ ਜਸ ਗਾਉਂਦਿਆਂ। ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾਓ, ਪਰਮਾਤਮਾ ਦੇ ਚਰਨ ਜਪ ਕੇ ਮਾਇਆ ਦੀ ਭੁੱਖ ਮਿਟ ਜਾਂਦੀ ਹੈ। ਰਹਾਓ ਪਰਮਾਤਮਾ ਦੇ ਚਰਨ ਜਪਣਾ ਭਾਵ ਗੁਰੂ ਦੇ ਸ਼ਬਦ ਦੀ ਸਿਫਤ ਸਲਾਹ ਕਰਨਾ, ਗੁਰੂ ਦੀ ਮੱਤ 'ਤੇ ਚੱਲਣਾ। ਸਰਬ ਕਲਿਆਣ ਸੁਖ ਸਹਿਜ ਨਿਧਾਨ, ਉਸ ਨੂੰ ਸਾਰੇ ਸੁੱਖਾਂ ਦੇ ਖਜ਼ਾਨੇ ਅਤੇ ਆਤਮਿਕ ਅਡੋਲਤਾ ਦੇ ਆਨੰਦ ਮਿਲ ਜਾਂਦੇ ਹਨ। ਜਾ ਕੈ ਹਿਰਦੇ ਵਸੈ ਭਗਵਾਨ, ਹੇ ਭਗਵਾਨ ਜਿਸ ਮਨੁੱਖ ਦੇ ਹਿਰਦੇ ਵਿੱਚ ਤੂੰ ਵਸ ਪੈਂਦਾ ਹੈ, ਜਿਸ 'ਤੇ ਤੇਰੀ ਨਜ਼ਰ ਹੋ ਜਾਂਦੀ ਹੈ, ਜਿਸ 'ਤੇ ਤੇਰੀ ਬਖਸ਼ਿਸ਼ ਹੋ ਜਾਂਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 196ਵੇਂ ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਸਮਝਾ ਰਹੇ ਹਨ। ਔਖਦ ਮੰਤਰ ਤੰਤ ਸਭ ਛਾਰ, ਨਾਮ ਦੇ ਟਾਕਰੇ ਤੇ ਹੋਰ ਸਾਰੇ ਦਾਰੂ ਸਾਰੇ ਮੰਤਰ ਤੇ ਟੂਣੇ ਤੁੱਛ ਹਨ, ਭਾਵ ਫਿੱਕੇ ਹਨ ਨਾਮ ਦੇ ਅੱਗੇ। ਕਰਨੇ ਹਾਰ ਰਿੱਧੇ ਮਹਿਤਾਰ, ਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖ। ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਜਿਸ ਮਨੁੱਖ ਨੇ ਸਾਰੇ ਭਰਮ ਤਿਆਗ ਕੇ ਪਾਰ ਬ੍ਰਹਮ ਪ੍ਰਭੂ ਦਾ ਭਜਨ ਕੀਤਾ ਹੈ। ਕਹੋ ਨਾਨਕ ਅਟਲ ਇਹੋ ਧਰਮ, ਹੇ ਨਾਨਕ ਉਸ ਨੇ ਵੇਖ ਲਿਆ ਹੈ ਕਿ ਭਜਨ ਸਿਮਰਨ ਵਾਲਾ ਧਰਮ ਐਸਾ ਹੈ ਜੋ ਕਦੇ ਫਲ ਦੇਣੋਂ ਉਕਾਈ ਨਹੀਂ ਖਾਂਦਾ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਕਰ ਕਿਰਪਾ ਭੇਟੈ ਗੁਰ ਸੋਈ, ਪਰ ਉਹੀ ਮਨੁੱਖ ਗੁਰੂ ਨੂੰ ਮਿਲਦਾ ਹੈ ਜਿਸ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ। ਤਿਤ ਬਲ ਰੋਗ ਨਾ ਵਿਆਪੇ ਕੋਈ, ਗੁਰੂ ਦੇ ਮਿਲਾਪ ਦੀ ਬਰਕਤ ਨਾਲ ਮਨੁੱਖ ਦੇ ਅੰਦਰ ਆਤਮਿਕ ਬਲ ਪੈਦਾ ਹੁੰਦਾ ਹੈ। ਉਸ ਬਲ ਦੇ ਕਾਰਨ ਕੋਈ ਰੋਗ ਆਪਣਾ ਜ਼ੋਰ ਨਹੀਂ ਪਾ ਸਕਦਾ। ਰਾਮ ਰਮਨ ਤਰਨ ਪੈ ਸਾਗਰ, ਪਰਮਾਤਮਾ ਦਾ ਸਿਮਰਨ ਕਰਨ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਸਰਨ ਸੂਰ ਫਾਰੇ ਜਮ ਕਾਗਰ, ਰਹਾਓ ਸੂਰਮੇ ਗੁਰੂ ਦੀ ਸ਼ਰਨ ਪਿਆ ਜਮਾਂ ਨੇ ਲੇਖੇ ਫਾੜੇ ਜਾਂਦੇ ਹਨ।
ਆਤਮਿਕ ਮੌਤ ਲਿਆਉਣ ਵਾਲੇ ਸਾਰੇ ਸੰਸਕਾਰ ਮਿਟ ਜਾਂਦੇ ਹਨ। ਰਹਾਉ। ਰੁਕ ਜਾਣਾ। ਸਤਿਗੁਰੂ ਮੰਤਰ ਦਿਓ ਹਰ ਨਾਮ। ਜਿਸ ਮਨੁੱਖ ਨੂੰ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੰਤਰ ਦਿੱਤਾ ਹੈ, ਇਹ ਆਸਰ ਪੂਰਨ ਭਏ ਕਾਮ। ਇਸ ਨਾਮ ਮੰਤਰ ਦੇ ਆਸਰੇ ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਜਪ ਤਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਭਏ ਸਹਾਈ। ਜਿਸ ਮਨੁੱਖ ਉੱਤੇ ਸਤਿਗੁਰੂ ਦੀ ਕਿਰਪਾ ਹੋਏ, ਜਿਸ ਦਾ ਮਦਦਗਾਰ ਪ੍ਰਭੂ ਹੀ ਬਣ ਜਾਏ ਜਿਸ ਦਾ ਮਦਦਗਾਰ ਪ੍ਰਭੂ ਬਣ ਗਿਆ ਹੈ, ਉਸ ਨੂੰ ਸਾਰੇ ਜਪਾਂ ਦੀ, ਸਾਰੇ ਤਪਾਂ ਦੀ, ਸਾਰੇ ਸੰਜਮਾਂ ਦੀ ਵਡਿਆਈ ਪ੍ਰਾਪਤ ਹੋ ਗਈ ਹੈ। ਮਾਨ ਮੋਹ ਖੋਏ ਗੁਰ ਭਰਮ। ਉਸ ਨੂੰ ਪਾਰ ਬ੍ਰਹਮ ਪ੍ਰਭੂ ਜੀ ਹਰ ਥਾਂ ਵਿਆਪਕ ਦਿਸ ਪਏ। ਪੇਖ ਨਾਨਕ ਪਸਰੈ ਪਾਰ ਬ੍ਰਹਮ। ਹੇ ਨਾਨਕ, ਵੇਖ ਗੁਰੂ ਨੇ ਜਿਸ ਮਨੁੱਖ ਦੇ ਹੰਕਾਰ ਮੋਹ ਆਦਿਕ ਭਰਮ ਨਾਸ਼ ਕਰ ਦਿੱਤੇ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਵਿਖੇ ਰਾਜ ਤੇ ਅੰਦੁਲਾ ਭਾਰੀ। ਵਿਸ਼ਿਆਂ ਦੇ ਪ੍ਰਭਾਵ ਨਾਲ ਮਨੁੱਖ ਵਿਕਾਰਾਂ ਵਿੱਚ ਬਹੁਤ ਅੰਨਾ ਹੋ ਜਾਂਦਾ ਹੈ। ਜਦੋਂ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਵੀ ਨਹੀਂ ਸੁਝਦਾ। ਦੁੱਖ ਲਾਗੈ ਰਾਮ ਨਾਮ ਚਿਤਾਰੀ। ਪਰ ਵਿਕਾਰਾਂ ਦੇ ਕਾਰਨ ਜਦੋਂ ਉਹ ਦੁੱਖ ਵਿੱਚ ਫਸਦਾ ਹੈ, ਜਦੋਂ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ, ਤੇਰੇ ਦਾਸ ਕੋ ਤੁਹੀ ਵਡਿਆਈ। ਹੇ ਪ੍ਰਭੂ, ਤੇਰਾ ਦਾਸ ਦੇ ਵਾਸਤੇ ਤੇਰਾ ਨਾਮ ਹੀ ਲੋਕ ਪਰਲੋਕ ਵਿੱਚ ਇੱਜ਼ਤ ਹੈ। ਮਾਇਆ ਮਗਨ ਨਰਕ ਲੈ ਜਾਈ। ਰਹਾਉ। ਤੇਰਾ ਦਾਸ ਜਾਣਦਾ ਹੈ ਕਿ ਮਾਇਆ ਵਿੱਚ ਮਸਤ ਮਨੁੱਖ ਨੂੰ ਮਾਇਆ ਨਰਕਾਂ ਵਿੱਚ ਲੈ ਜਾਂਦੀ ਹੈ, ਸਦਾ ਦੁਖੀ ਰੱਖਦੀ ਹੈ। ਰਹਾਉ। ਇਹ ਮਾਇਆ ਕੀ ਹੈ? ਮਾਇਆ ਜੋ ਦਿਖ ਰਹੀ ਹੈ ਸਾਰੀ ਮਾਇਆ ਹੈ। ਧੀਆਂ ਪੁੱਤਰ ਮਾਇਆ, ਪੈਸਾ ਮਾਇਆ, ਕਾਰਾਂ ਕੋਠੀਆਂ ਮਾਇਆ, ਸਾਰੀ ਜ਼ਮੀਨ ਜਾਇਦਾਦ ਇਹ ਸਭ ਮਾਇਆ ਹੈ। ਇਹ ਇਨਸਾਨ ਨੂੰ ਨਰਕਾਂ ਤੱਕ ਲੈ ਕੇ ਜਾਂਦੀ ਹੈ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੀ ਨਦਰ ਹੋਏ ਤਾਂ ਇਸ ਤੋਂ ਖਲਾਸੀ ਪਾਈ ਜਾ ਸਕਦੀ ਹੈ, ਅਦਰਵਾਈਜ਼ ਨਹੀਂ। ਸਭ ਦੁਨੀਆ ਇਸ ਵਿੱਚ ਖੁੱਭੀ ਹੋਈ ਹੈ। ਰਹਾਉ। ਜਿਸ ਨੇ ਸਾਥ ਨਹੀਂ ਜਾਣਾ ਕੀ ਹੈ? ਇੱਕ ਨਾਮ ਧੰਨ ਸੱਚਾ ਜਾਣਾ, ਉਸ ਨੂੰ ਕੋਈ ਕਮਾਉਂਦਾ ਨਹੀਂ। ਉਹ ਗੁਰੂ ਸਾਹਿਬ ਮਿਹਰ ਕਰਨ ਸਭਨਾਂ 'ਤੇ, ਸਭ ਨੂੰ ਨਾਮ ਵਾਲੇ ਪਾਸੇ ਲਾਉਣ, ਗੁਰੂ ਦੀ ਮੱਤ 'ਤੇ ਚੱਲਣ ਲਈ ਪ੍ਰੇਰਨਾ ਦੇਣ, ਬਲ ਬਖਸ਼ਣ। ਰੋਗ ਗਿਰਸਤ ਚਿਤਾਰੇ ਨਾਉ। ਰੋਗਾਂ ਨਾਲ ਘਿਰਿਆ ਹੋਇਆ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ। ਬਿਖ ਮਾਤੇ ਕਾ ਠੌਰ ਨਾ ਠਾਓ। ਪਰ ਵਿਕਾਰਾਂ ਦੀ ਜ਼ਹਿਰ ਵਿੱਚ ਮਸਤ ਹੋਏ ਮਨੁੱਖ ਦੇ ਆਤਮਿਕ ਜੀਵਨ ਦਾ ਕਿਤੇ ਨਾਮ ਨਿਸ਼ਾਨ ਨਹੀਂ ਲੱਭਦਾ। ਵਿਕਾਰਾਂ ਦੀ ਜ਼ਹਿਰ ਉਸ 'ਤੇ ਆਤਮਿਕ ਜੀਵਨ ਨੂੰ ਮਾਰ ਮੁਕਾਉਂਦੀ ਹੈ। ਚਰਨ ਕਮਲ ਸਿਉ ਲਾਗੀ ਪ੍ਰੀਤ। ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦੀ ਪ੍ਰੀਤ ਬਣ ਜਾਂਦੀ ਹੈ। ਪਰਮਾਤਮਾ ਦੇ ਚਰਨ ਕੀ ਨੇ? ਗੁਰੂ ਦਾ ਸ਼ਬਦ ਹੈ। ਗੁਰੂ ਦੀ ਸ਼ਬਦ ਦੀ ਸਿਫਤ ਸਲਾਹ ਕਰਨੀ, ਗੁਰੂ ਦੀ ਮੱਤ 'ਤੇ ਚੱਲਣਾ, ਗੁਰੂ ਦੇ ਉਪਦੇਸ਼ 'ਤੇ ਚੱਲਣਾ, ਇਹੀ ਹੈ ਸੋਹਣੇ ਚਰਨਾਂ ਦੀ ਪ੍ਰੀਤ। ਆਣ ਸੁਖਾ ਨਾਹੀ ਆਵੈ ਚੀਤ। ਉਸ ਨੂੰ ਦੁਨੀਆ ਵਾਲੇ ਹੋਰ ਸੁੱਖ ਚੇਤੇ ਨਹੀਂ ਆਉਂਦੇ। ਜਿਸ ਦੀ ਗੁਰੂ ਦੇ ਸ਼ਬਦ ਵਿੱਚ ਮਨ ਲੀਨ ਹੋ ਜਾਂਦਾ ਹੈ, ਜੋ ਗੁਰੂ ਦੇ ਸ਼ਬਦ ਵਿੱਚ ਮਸਤ ਹੋ ਜਾਂਦਾ ਹੈ। ਸਦਾ ਸਦਾ ਸਿਮਰੋ ਪ੍ਰਭ ਸੁਆਮੀ। ਸਿਮਰੋ ਪ੍ਰਭ ਸੁਆਮੀ। ਸੁਆਮੀ, ਮੈਂ ਸਦਾ ਹੀ ਤੈਨੂੰ ਸਿਮਰਦਾ ਹਾਂ, ਤੈਨੂੰ ਯਾਦ ਕਰਦਾ ਹਾਂ। ਮਿਲ ਨਾਨਕ ਹਰ ਅੰਤਰਜਾਮੀ। ਹੇ ਨਾਨਕ, ਅਰਦਾਸ ਕਰਕੇ ਆਖ, ਹੇ ਪ੍ਰਭੂ, ਹੇ ਅੰਤਰਜਾਮੀ ਹਰੀ, ਮੈਨੂੰ ਮਿਲ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। 8 ਪੈਰ ਸੰਗੀ ਬਟਵਾਰੈ। ਕਾਮਦਕ ਪੰਜੇ ਡਾਕੂ ਜਿਹੜੇ ਆਪਣੇ ਅੰਦਰ ਬੈਠੇ ਨੇ, 8 ਪੈਰ ਮਨੁੱਖ ਦੇ ਨਾਲ ਸਾਥੀ ਬਣੇ ਰਹਿੰਦੇ ਹਨ। ਇਹ 5 ਡਾਕੂ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅਤੇ ਇਸ ਦੇ ਆਤਮਿਕ ਜੀਵਨ ਉੱਤੇ ਡਾਕਾ ਮਾਰਦੇ ਰਹਿੰਦੇ ਹਨ। ਕਰ ਕਿਰਪਾ ਪ੍ਰਭ ਲਏ ਨਿਵਾਰ। ਜਿਨ੍ਹਾਂ ਨੂੰ ਬਚਾਇਆ ਹੈ ਪ੍ਰਭੂ ਨੇ ਆਪ ਹੀ ਕਿਰਪਾ ਕਰਕੇ ਬਚਾਇਆ ਹੈ, ਨਦਰ ਕਰਕੇ, ਬਖਸ਼ਿਸ਼ ਕਰਕੇ ਬਚਾਇਆ ਹੈ, ਆਪਣੀ ਮਿਹਰ ਸਦਕਾ ਹੀ ਬਚਾਇਆ ਹੈ। ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਐਸਾ ਹਰ ਰਸ ਰਮੋ ਸਭ ਕੋਏ। ਹਰੇਕ ਜੀਵ ਅਜਿਹੀ ਸਮਰੱਥਾ ਵਾਲੇ ਪ੍ਰਭੂ ਦੇ ਨਾਮ ਦਾ ਰਸ ਮਾਨੋ।
ਸਰਬ ਕਲਾ ਪੂਰਨ ਪ੍ਰਭ ਸੋਏ ਰਹਾਓ। ਜਿਸ ਪਰਮਾਤਮਾ ਸਾਰੀ ਮੁਕੰਮਲ ਤਾਕਤਾਂ ਦਾ ਮਾਲਕ ਹੈ, ਜਿਹੜਾ ਮਨੁੱਖ ਉਸ ਦਾ ਪੱਲਾ ਫੜਦਾ ਹੈ ਉਹ ਕਿਸੇ ਵਕਾਰ ਨੂੰ ਉਸ ਦੇ ਨੇੜੇ ਨਹੀਂ ਟੁੱਕਣ ਦਿੰਦਾ ਰਹਾਓ। ਭਾਵ ਪੂਰਾ ਗੁਰੂ ਕਿਹੜਾ ਆਪਣਾ? ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਿਹੜਾ ਇਸ ਦੀ ਮੱਤ 'ਤੇ ਚੱਲਦਾ ਹੈ ਫਿਰ ਉਸ ਦੇ ਨੇੜੇ ਵਕਾਰ ਨਹੀਂ ਆਉਂਦੇ, ਫਿਰ ਗੁਰੂ ਸਾਹਿਬ ਉਸ ਦੇ ਨੇੜੇ ਵਕਾਰ ਨਹੀਂ ਟੁੱਕਣ ਦਿੰਦੇ ਜੋ ਗੁਰੂ ਦੀ ਮੱਤ 'ਤੇ ਚੱਲਦਾ ਹੈ। ਮਹਾ ਤਪਤ ਸਾਗਰ ਸੰਸਾਰ, ਕਾਮਦਿਕ ਵਕਾਰਾਂ ਦੀ ਸੰਸਾਰ ਸਮੁੰਦਰ ਵਿੱਚ ਬੜੀ ਤਪਸ਼ ਪੈ ਰਹੀ ਹੈ। ਇਸ ਤਪਸ਼ ਤੋਂ ਬਚਣ ਲਈ ਪ੍ਰਭੂ ਦਾ ਆਸਰਾ ਲਵੋ। ਗੁਰੂ ਦਾ ਆਸਰਾ ਕੀ ਲੈਣਾ? ਪ੍ਰਭੂ ਦੇ ਨਾਮ ਦੀ, ਪ੍ਰਭੂ ਦੇ ਸ਼ਬਦ ਦੀ ਸਿਫਤ ਸਲਾਹ ਵਡਿਆਈ ਕਰਨੀ ਹੈ, ਉਸ ਦੀ ਮੱਤ 'ਤੇ ਚੱਲਣਾ ਹੈ। ਪ੍ਰਭ ਖਿਨ ਮੈਂ ਪਾਰ ਉਤਾਰਨ ਹਾਰ, ਪ੍ਰਭੂ ਇੱਕ ਖਿਨ ਵਿੱਚ ਇਸ ਸੜਨ ਵਿੱਚੋਂ ਪਾਰ ਲੰਘਾਉਣ ਦੀ ਤਾਕਤ ਰੱਖਣ ਵਾਲਾ ਹੈ। ਇਨਕ ਬੰਧਨ ਤੋਰੇ ਨਹੀਂ ਜੋ ਹੈ, ਮਾਇਆ ਦੇ ਮੋਹ ਦੀਆਂ ਇਹ ਵਕਾਰ ਆਦਿਕ ਨੇਕਾਂ ਫਾਈਆਂ ਹਨ। ਮਨੁੱਖਾਂ ਪਾਸੋਂ ਆਪਣੇ ਯਤਨ ਨਾਲ ਇਹ ਫਾਈਆਂ ਤੋੜੀਆਂ ਨਹੀਂ ਜਾ ਸਕਦੀਆਂ, ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਤਾਂ ਹੀ ਟੁੱਟਦੀਆਂ ਹਨ। ਸਿਮਰਤ ਨਾਮ ਮੁਕਤ ਫਲ ਪਾਏ, ਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਇਹਨਾਂ ਫਾਈਆਂ ਤੋਂ ਖਲਾਸੀ ਰੂਪ ਫਲ ਹਾਸਲ ਕਰ ਲੈਂਦੇ ਹਨ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ। ਉਕਤ ਸਿਆਣਪ ਇਸ 'ਤੇ ਕੁਛ ਨਾਹੀਂ, ਹੇ ਨਾਨਕ ਪ੍ਰਭੂ ਦਰ ਦੇ ਅਰਦਾਸ ਕਰ ਤੇ ਆਖ ਕਿ ਹੇ ਪ੍ਰਭੂ ਇਸ ਜੀਵ ਪਾਸੋਂ ਕੋਈ ਅਜਿਹੀ ਸਿਆਣਪ, ਕੋਈ ਅਜਿਹੀ ਦਲੀਲ ਨਹੀਂ ਚੱਲ ਸਕਦੀ ਜਿਸ ਕਰਕੇ ਇਹ ਇਹਨਾਂ ਡਾਕੂਆਂ ਦੇ ਪੰਜੇ ਤੋਂ ਬਚ ਸਕੇ। ਭਾਵ ਜਿਹੜੇ ਅੰਦਰ ਬੈਠੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਡਾਕੂ ਹਨ। ਗੁਰੂ ਸਾਹਿਬ ਜੀ ਸਮਝਾ ਰਹੇ ਨੇ ਆਪਾਂ ਨੂੰ ਕਿ ਇਹਨਾਂ ਤੋਂ ਬਚਣ ਲਈ ਉਹ ਗੁਰੂ ਦੇ ਸ਼ਬਦ ਦੀ ਸਹਾਰਾ ਲੈਣਾ ਪੈਣਾ। ਆਪਾਂ ਨੂੰ ਉਸ ਗੁਰੂ ਦਾ ਸ਼ਬਦ ਹੀ ਬਚਾ ਸਕਦਾ, ਉਸ ਦੀ ਨਜ਼ਰ ਬਖਸ਼ਿਸ਼ ਹੀ ਨਾਲ ਆਪਾਂ ਬਚ ਸਕਦੇ ਹਾਂ ਇਹਨਾਂ ਵਕਾਰਾਂ ਤੋਂ। ਕਰ ਕਿਰਪਾ ਨਾਨਕ ਗੁਣ ਗਾਹੇ, ਹੇ ਪ੍ਰਭੂ ਤੂੰ ਆਪ ਹੀ ਕਿਰਪਾ ਕਰ ਜੀਵ ਤੇਰੇ ਗੁਣ ਗਾਵਣ ਤੇ ਇਹਨਾਂ ਤੋਂ ਬਚ ਸਕਣ। ਗੁਰੂ ਸਾਹਿਬ ਆਪ ਹੀ ਨਜ਼ਰ ਕਰੋ, ਆਪ ਹੀ ਬਖਸ਼ਿਸ਼ ਕਰੋ, ਆਪਣੇ ਨਾਮ ਵਿੱਚ ਲਾਓ, ਆਪਣੇ ਮਾਰਗ 'ਤੇ ਚੱਲਣ ਲਈ ਪ੍ਰੇਰਨਾ ਦਿਓ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ? ਤਾਥੀ ਪਾਈ ਹਰ ਕੋ ਨਾਮ, ਜੇ ਤੂੰ ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਧਨ ਦੀ ਥੈਲੀ ਹਾਸਲ ਕਰ ਲਈ ਹੈ, ਵਿਚਰ ਸੰਸਾਰ ਪੂਰਨ ਸਭ ਕਾਮ, ਤਾਂ ਤੂੰ ਸੰਸਾਰ ਦੇ ਕਾਰ ਵਿਹਾਰਾਂ ਵਿੱਚ ਵੀ ਨਿਸੰਗ ਹੋ ਕੇ ਤੁਰ ਫਿਰ, ਤੇਰੇ ਸਾਰੇ ਕੰਮ ਸਿਰੇ ਚੜ੍ਹ ਜਾਣਗੇ। ਵਡਭਾਗੀ ਹਰ ਕੀਰਤਨ ਗਾਈਐ, ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਵੱਡੇ ਭਾਗਾਂ ਨਾਲ ਗਾਇਆ ਜਾ ਸਕਦਾ ਹੈ। ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ ਰਹਾਓ, ਹੇ ਪਾਰ ਬ੍ਰਹਮ ਪ੍ਰਭੂ ਜੇ ਤੂੰ ਆਪ ਸਾਨੂੰ ਜੀਵਾਂ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਦੇਵੇਂ ਤਾਂ ਹੀ ਸਾਨੂੰ ਮਿਲ ਸਕਦੀ ਹੈ, ਅਦਰਵਾਈਜ਼ ਨਹੀਂ ਮਿਲ ਸਕਦੀ। ਰਹਾਓ ਰੁਕ ਜਾਣਾ, ਠਹਿਰ ਜਾਣਾ। ਗੁਰੂ ਸਾਹਿਬ ਆਪ ਹੀ ਬਖਸ਼ਿਸ਼ ਕਰਨ, ਆਪ ਨਜ਼ਰ ਕਰਨ ਤਾਂ ਇਹ ਨਾਮ ਦੀ ਬਖਸ਼ਿਸ਼ ਮਿਲਦੀ ਹੈ, ਉਸ ਦੇ ਮੱਤ 'ਤੇ ਚੱਲਿਆ ਜਾ ਸਕਦਾ, ਅਦਰਵਾਈਜ਼ ਹਮ ਨਹੀਂ ਚੱਲਿਆ ਜਾ ਸਕਦਾ। ਹਰ ਕੈ ਚਰਨ ਰਿਦੇ ਔਰ ਧਾਰ, ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿੱਚ ਦਿਲ ਵਿੱਚ ਟਿਕਾਈ ਰੱਖ। ਭਾਵ ਗੁਰੂ ਦੇ ਸ਼ਬਦ ਨੂੰ ਆਪਣੇ ਮਨ 'ਚ ਵਸਾਈ ਰੱਖ। ਭਵ ਸਾਗਰ ਚੜ੍ਹ ਉਤਰੈ ਪਾਰ, ਪ੍ਰਭੂ ਚਰਨ ਰੂਪ ਜਹਾਜ਼ ਉੱਤੇ ਚੜ੍ਹ ਕੇ ਗੁਰੂ ਦੀ ਸਿਫਤ ਸਲਾਹ ਕਰਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ। ਸਾਧੂ ਸੰਗ ਕਰੋ ਸਭ ਕੋਏ, ਹਰੇਕ ਪ੍ਰਾਣੀ ਗੁਰੂ ਦੀ ਸੰਗਤ ਕਰੋ। ਗੁਰੂ ਦੀ ਸੰਗਤ ਭਾਵ ਗੁਰੂ ਦੀ ਸਿਫਤ ਸਲਾਹ, ਗੁਰੂ ਦੇ ਸ਼ਬਦ ਦੀ ਮੱਤ 'ਤੇ, ਗੁਰੂ ਦੀ ਮੱਤ 'ਤੇ ਚੱਲੋ। ਸਦਾ ਕਲਿਆਣ ਫਿਰ ਦੁੱਖ ਨਾ ਹੋਏ, ਗੁਰੂ ਦੀ ਸੰਗਤ ਵਿੱਚ ਰਿਹਾ ਸਦਾ ਸੁੱਖ ਹੀ ਸੁੱਖ ਹੋਣਗੇ, ਮੁੜ ਕੋਈ ਦੁੱਖ ਪੋ ਨਹੀਂ ਸਕੇਗਾ। ਪ੍ਰੇਮ ਭਗਤ ਭਜ ਗੁਣੀ ਨਿਧਾਨ, ਪ੍ਰੇਮ ਭਰੀ ਭਗਤੀ ਨਾਲ ਸਾਰੇ ਗੁਣਾਂ ਦੇ ਖਜ਼ਾਨੇ ਪਰਮਾਤਮਾ ਦਾ ਭਜਨ ਕਰ, ਇਹ ਸਾਰੇ ਗੁਣਾਂ ਦੇ ਖਜ਼ਾਨਾ ਹੈ। ਨਾਨਕ ਦਰਗਹਿ ਪਾਈਐ ਮਾਣ, ਹੇ ਨਾਨਕ ਇਸ ਤਰ੍ਹਾਂ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਾਣ ਮਿਲਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ?
ਜਲ ਥਲ ਮਈਅਲ ਪੂਰਨ ਹਰ ਮੀਤ। ਜਿਹੜਾ ਪ੍ਰਭੂ ਮਿੱਤਰ ਜਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਥਾਂ ਵਿਆਪਕ ਹੈ, ਜਰੇ ਜਰੇ ਕਣ ਕਣ ਵਿੱਚ ਹੈ। ਪਰਮ ਬਿਨਸੇ ਗਾਏ ਗੁਣ ਨੀਤ। ਉਸ ਦੇ ਗੁਣ ਸਦਾ ਗਾਵਿਆਂ ਸਭ ਕਿਸਮਾਂ ਦੇ ਭਟਕਣਾ ਨਾਸ਼ ਹੋ ਜਾਂਦੇ ਹਨ। ਉਠਤ ਸੋਵਤ ਹਰ ਸੰਗ ਪਹਰੂਆ। ਉਸ ਪਰਮਾਤਮਾ ਜਾਗਦਿਆਂ ਸੁੱਤਿਆਂ ਹਰ ਵੇਲੇ ਜੀਵ ਦੇ ਨਾਲ ਰਾਖਾ ਹੈ, ਭਾਵ ਉਸ ਦੀ ਸੰਭਾਲ ਕਰਦਾ ਹੈ ਜੀਵ ਦੀ। ਜਾ ਕੈ ਸਿਮਰਨ ਜਮ ਨਹੀਂ ਡਰੂਆ ਰਹਾਉ। ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਮੌਤ ਦਾ ਡਰ ਨਹੀਂ ਰਹਿ ਜਾਂਦਾ, ਆਤਮਕ ਮੌਤ ਨੇੜੇ ਨਹੀਂ ਢੁੱਕ ਸਕਦੀ। ਰਹਾਉ ਰੁਕ ਜਾਣਾ। ਚਰਨ ਕਮਲ ਪ੍ਰਭ ਹਿਰਦੇ ਨਿਵਾਸ। ਪ੍ਰਭੂ ਦੇ ਸੋਹਣੇ ਚਰਨਾਂ ਦਾ ਜਿਸ ਮਨੁੱਖ ਦੇ ਹਿਰਦੇ ਵਿੱਚ ਨਿਵਾਸ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਜਿਸ ਦੇ ਹਿਰਦੇ ਵਿੱਚ ਟਿਕ ਜਾਂਦਾ ਹੈ। ਗੁਰੂ ਸਾਹਿਬ ਅੱਗੇ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 197 ਅੰਗ 'ਤੇ ਕੀ ਸਮਝਾ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਸਗਲ ਦੁੱਖ ਕਾ ਹੋਏ ਨਾਸ। ਉਸ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਆਸਾ ਮਾਨ ਤਾਣ ਧਨ ਏਕ। ਇੱਕ ਪਰਮਾਤਮਾ ਦਾ ਨਾਮ ਹੀ ਉਸ ਮਨੁੱਖ ਦੀ ਆਸ ਬਣ ਜਾਂਦਾ ਹੈ। ਪ੍ਰਭੂ ਦਾ ਨਾਮ ਹੀ ਉਸ ਦਾ ਮਾਣ ਤਾਣ ਅਤੇ ਧਨ ਹੋ ਜਾਂਦਾ ਹੈ। ਸਾਚੇ ਸ਼ਾਹ ਕੀ ਮਨ ਮਹਿ ਟੇਕ। ਉਸ ਮਨੁੱਖ ਦੇ ਮਨ ਵਿੱਚ ਸਦਾ ਕਾਇਮ ਰਹਿਣ ਵਾਲੇ ਸ਼ਾਹ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ। ਮਹਾ ਗਰੀਬ ਜਨ ਸਾਧ ਅਨਾਥ। ਜਿਹੜੇ ਬੜੇ ਗਰੀਬ ਅਤੇ ਨਾਥ ਬੰਦੇ ਸਨ, ਜਦੋਂ ਉਹ ਗੁਰੂ ਦੇ ਸੇਵਕ ਬਣ ਗਏ, ਗੁਰੂ ਦੀ ਸ਼ਰਨ ਆ ਪਏ। ਨਾਨਕ ਪ੍ਰਭ ਰੱਖੈ ਦੇ ਹਾਥ। ਹੇ ਨਾਨਕ, ਪਰਮਾਤਮਾ ਨੇ ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਹੱਥ ਦੇ ਕੇ ਰੱਖ ਲਿਆ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਸ਼ਹੀਦਾਂ ਦੇ ਸਰਤਾਜ ਪੰਜਵੇਂ ਗੁਰੂ ਪਾਤਸ਼ਾਹ ਜੀ। ਹਰ ਹਰ ਨਾਮ ਮੰਜਣ ਕਰ ਸੁੱਚੈ। ਪਰਮਾਤਮਾ ਦੇ ਨਾਮ ਤੀਰਥ ਵਿੱਚ ਇਸ਼ਨਾਨ ਕਰ ਅਤੇ ਸੁੱਚੇ ਜੀਵਨ ਵਾਲਾ ਬਣ ਜਾਈਦਾ ਹੈ। ਗੁਰੂ ਦੇ ਸ਼ਬਦ ਨਾਲ ਜੁੜ ਕੇ, ਗੁਰੂ ਦੀ ਸਿਫਤ ਸਲਾਹ ਕਰਕੇ, ਗੁਰੂ ਦੀ ਮੱਤ 'ਤੇ ਚੱਲ ਕੇ ਸੁੱਚੇ ਜੀਵਨ ਵਾਲੇ ਬਣ ਜਾਈਦਾ ਹੈ, ਪਵਿੱਤਰ ਜੀਵਨ ਵਾਲੇ ਬਣ ਜਾਈਦਾ। ਕੋਟ ਗ੍ਰਹਣ ਪੁੰਨ ਫਲ ਮੂਚੈ ਰਹਾਉ। ਨਾਮ ਤੀਰਥ ਵਿੱਚ ਇਸ਼ਨਾਨ ਕੀਤਿਆਂ ਕਰੋੜਾਂ ਗ੍ਰਹਿਣਾਂ ਸਮੇਂ ਕੀਤੇ ਪੁੰਨਾਂ ਅਤੇ ਫਲਾਂ ਨਾਲੋਂ ਵੀ ਵਧੇਕ ਫਲ ਮਿਲਦੇ ਹਨ। ਰਹਾਉ ਹਰ ਕੈ ਚਰਨ ਹਿਰਦੇ ਮੈਂ ਵਸੈ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਚਰਨ ਵਸ ਪੈਂਦੇ ਹਨ। ਚਰਨ ਵਸਣਾ, ਗੁਰੂ ਦਾ ਸ਼ਬਦ ਹਿਰਦੇ ਵਿੱਚ ਟਿਕ ਜਾਣਾ, ਗੁਰੂ ਦੀ ਮੱਤ 'ਤੇ ਚੱਲ ਪੈਣਾ, ਇਹੀ ਹੈ ਗੁਰੂ ਸਾਹਿਬ ਦੇ ਚਰਨ ਵਸਣਾ। ਜਨਮ ਜਨਮ ਕੇ ਕਿਲ ਬਿਖ ਨਸੈ। ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਨਾਸ਼ ਹੋ ਜਾਂਦੇ ਹਨ। ਸਾਧ ਸੰਗ ਕੀਰਤਨ ਫਲ ਪਾਇਆ। ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਸਲਾਹ ਦਾ ਫਲ ਪ੍ਰਾਪਤ ਕਰ ਲਿਆ ਹੈ। ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ। ਜਮਾਂ ਦਾ ਰਸਤਾ ਉਸ ਦੀ ਨਜ਼ਰੀ ਵੀ ਨਾ ਪਿਆ। ਆਤਮਕ ਮੌਤ ਉਸ ਦੇ ਕਿਤੇ ਨੇੜੇ ਵੀ ਨਾ ਢੁੱਕੀ। ਮਨ ਬਚ ਕਰਮ ਗੋਬਿੰਦ ਆਧਾਰ। ਜਿਸ ਮਨੁੱਖ ਨੇ ਆਪਣੇ ਮਨ ਦਾ, ਆਪਣੇ ਬੋਲਾਂ ਦਾ, ਆਪਣੇ ਕਰਮਾਂ ਦਾ ਆਸਰਾ ਪਰਮਾਤਮਾ ਦੇ ਨਾਮ ਨੂੰ ਬਣਾ ਲਿਆ ਹੈ, ਤਾਂ ਤੇ ਛੁਟਿਓ ਬਿਖ ਸੰਸਾਰ। ਉਸ ਤੋਂ ਸੰਸਾਰ ਦਾ ਮੋਹ ਪਰੇ ਹਟ ਗਿਆ। ਉਸ ਦੇ ਤੋਂ ਵਿਕਾਰਾਂ ਦਾ ਉਹ ਜ਼ਹਿਰ ਪਰੇ ਰਹਿ ਗਿਆ, ਜੋ ਮਨੁੱਖ ਦਾ ਆਤਮਕ ਜੀਵਨ ਨੂੰ ਮਾਰ ਮੁਕਾਉਂਦਾ ਹੈ। ਕਰ ਕਿਰਪਾ ਪ੍ਰਭ ਕੀਨੋ ਆਪਣਾ। ਮਿਹਰ ਕਰਕੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ ਹੈ, ਨਾਨਕ ਜਾਪ ਜਪੇ ਹਰ ਜਪਣਾ। ਹੇ ਨਾਨਕ, ਉਹ ਮਨੁੱਖ ਸਦਾ ਪ੍ਰਭੂ ਦਾ ਜਾਪ ਜਪਦਾ ਹੈ, ਪ੍ਰਭੂ ਦਾ ਭਜਨ ਕਰਦਾ ਹੈ। ਗੌੜੀ ਮਹੱਲਾ ਪੰਜਵਾਂ। ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਜੀ ਗੌੜੀ ਬਾਣੀ ਵਿੱਚ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਪਉ ਸਰਨਾਈ ਜਿਨ ਹਰ ਜਾਤੇ। ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਾਲ ਜਾਣ ਪਛਾਣ ਪਾ ਲਈ ਹੈ, ਉਸ ਦੀ ਸ਼ਰਨ ਪਿਆ ਰਹੋ। ਮਨ ਤਨ ਸੀਤਲ ਚਰਨ ਹਰ ਰਾਤੇ। ਕਿਉਂਕਿ ਪ੍ਰਭੂ ਚਰਨਾਂ ਵਿੱਚ ਪਿਆਰ ਪਾਇਆ ਮਨ ਸ਼ਾਂਤ ਹੋ ਜਾਂਦਾ ਹੈ।
ਸਾਰੇ ਭਾਵ ਹਰੇਕ ਇੰਦਰਾ ਸ਼ਾਂਤ ਹੋ ਜਾਂਦਾ ਹੈ। ਭੈ ਭੰਜਨ ਪ੍ਰਭ ਮਨ ਨਾ ਬਸਾਈ। ਜਿਹੜੇ ਮਨੁੱਖ ਸਾਰੇ ਡਰਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦੇ, ਡਰਪਤ ਜਨਮ ਬਹੁਤ ਜਾਈ ਰਹਾਓ। ਉਹਨਾਂ ਦੇ ਅਨੇਕਾਂ ਜਨਮ ਇਹਨਾਂ ਡਰਾਂ ਦੇ ਤੋਂ ਕੰਬਦਿਆਂ ਹੀ ਬੀਤ ਜਾਂਦੇ ਹਨ। ਰਹਾਓ ਰੁਕ ਜਾਣਾ। ਜਾ ਕੈ ਹਿਰਦੇ ਵਸਿਓ ਹਰ ਨਾਮ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ, ਸਗਲ ਮਨੋਰਥ ਤਾਂ ਕੇ ਪੂਰਨ ਕਾਮ। ਉਸ ਦੇ ਸਾਰੇ ਕੰਮ, ਸਾਰੇ ਮਨੋਰਥ ਸਫਲ ਹੋ ਜਾਂਦੇ ਹਨ, ਸਾਰੇ ਕੰਮ ਸੰਪੂਰਨ ਹੋ ਜਾਂਦੇ ਹਨ। ਜਨਮ ਜਰਾ ਮਿਰਤ ਜਿਸ ਵਾਸ। ਸਾਡਾ ਜਿਉਣ ਸਾਡਾ ਬੁਢੇਪਾ, ਸਾਡੀ ਮੌਤ ਜਿਸ ਪਰਮਾਤਮਾ ਦੇ ਵਸ ਵਿੱਚ ਹੈ, ਸੋ ਸਮਰੱਥ ਸਿਮਰ ਸਾਸ ਗਰਾਸ। ਉਸ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ, ਹਰੇਕ ਗਰਾਈ ਦੇ ਨਾਲ ਸਿਮਰਦਾ ਰਹਿਣਾ ਚਾਹੀਦਾ ਹੈ, ਉਸ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ। ਮੀਤ ਸਾਜਨ ਸਖਾ ਪ੍ਰਭ ਏਕ। ਉਸ ਮਾਲਕ ਪ੍ਰਭੂ ਦਾ ਨਾਮ ਹੀ ਸਾਡੀ ਜ਼ਿੰਦਗੀ ਦਾ ਸਹਾਰਾ ਹੈ। ਨਾਮ ਸੁਆਮੀ ਕਾ ਨਾਨਕ ਟੇਕ। ਹੇ ਨਾਨਕ, ਇੱਕ ਪਰਮਾਤਮਾ ਹੀ ਸਾਡਾ ਜੀਵਾਂ ਦਾ ਮਿੱਤਰ ਹੈ, ਸੱਜਣ ਹੈ, ਸਾਥੀ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਬਾਹਰ ਰਾਖਿਓ ਹਿਰਦੇ ਸੰਭਾਲ। ਜਗਤ ਨਾਲ ਕਾਰ ਵਿਹਾਰ ਕਰਦਿਆਂ ਸੰਤ ਜਨਾਂ ਨੇ ਗੋਬਿੰਦ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਿਆ ਹੁੰਦਾ ਹੈ। ਘਰ ਆਏ ਗੋਬਿੰਦ ਲੈ ਨਾਲ। ਗੋਬਿੰਦ ਨੂੰ ਸੰਤ ਜਨਾਂ ਆਪਣੇ ਹਿਰਦੇ ਘਰ ਵਿੱਚ ਸਦਾ ਆਪਣੇ ਨਾਲ ਰੱਖਦੇ ਹਨ। ਹਰ ਹਰ ਨਾਮ ਸੰਤਨ ਕੇ ਸੰਗ। ਪਰਮਾਤਮਾ ਦਾ ਨਾਮ ਸਦਾ ਸੰਤ ਜਨਾਂ ਦੇ ਹਿਰਦੇ ਵਿੱਚ ਵਸਦਾ ਹੈ। ਮਨ ਤਨ ਰਾਤਾ ਰਾਮ ਕੇ ਰੰਗ। ਰਹਾਓ। ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਸੰਤ ਜਨਾਂ ਦਾ ਮਨ ਰੰਗਿਆ ਰਹਿੰਦਾ ਹੈ, ਭਾਵ ਹਰੇਕ ਗਿਆਨ ਇੰਦਰਾ ਰੰਗਿਆ ਰਹਿੰਦਾ ਹੈ। ਰਹਾਓ। ਗੁਰ ਪ੍ਰਸਾਦ ਸਾਗਰ ਤਰਿਆ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਸਾਂਭ ਕੇ ਸੰਤ ਜਨ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ। ਤੇ ਅਨੇਕਾਂ ਜਨਮਾਂ ਦੇ ਪਹਿਲੇ ਕੀਤੇ ਹੋਏ ਸਾਰੇ ਪਾਪ ਦੂਰ ਕਰ ਲੈਂਦੇ ਹਨ। ਸੋਭਾ ਸੁਰਤ ਨਾਮ ਭਗਵੰਤ। ਜਿਹੜੇ ਮਨੁੱਖ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਉਹ ਭਾਗਾਂ ਵਾਲਾ ਹੋ ਜਾਂਦਾ ਹੈ। ਉਹ ਲੋਕ ਪਰਲੋਕ ਵਿੱਚ ਵਡਿਆਈ ਖੱਟਦਾ ਹੈ। ਉਸ ਦੀ ਸੁਰਤ ਪ੍ਰਭੂ ਦੇ ਨਾਮ ਨਾਲ 'ਚ ਜੁੜੀ ਰਹਿੰਦੀ ਹੈ। ਪੂਰੇ ਗੁਰ ਕਾ ਨਿਰਮਲ ਮੰਤ। ਤੂੰ ਵੀ ਪੂਰੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ। ਪੂਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣਾ ਪੂਰਾ ਗੁਰੂ ਹੈ। ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀ ਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ। ਗੁਰੂ ਸਾਹਿਬ ਜੀ ਆਪਾਂ ਨੂੰ ਦੱਸਦੇ ਹਨ ਕਿ ਆਪਣਾ ਸ਼ਬਦ ਗੁਰੂ ਹੈ, ਸੁਰਤ ਆਪਣੀ ਸੇਵਕ ਹੈ। ਚਰਨ ਕਮਲ ਹਿਰਦੇ ਮਹਿ ਜਾਪ। ਤੂੰ ਵੀ ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਜਪਦਾ ਰਹੋ, ਭਾਵ ਗੁਰੂ ਦੇ ਸ਼ਬਦ ਦੀ ਸਿਫਤ ਸਲਾਹ ਕਰਦੇ ਰਹੋ। ਨਾਨਕ ਪੇਖ ਜੀਵੈ ਪ੍ਰਤਾਪ। ਨਾਨਕ ਉਸ ਪਰਮਾਤਮਾ ਦਾ ਪ੍ਰਤਾਪ ਵੇਖ ਕੇ ਆਤਮਿਕ ਜੀਵਨ ਹਾਸਲ ਕਰਦਾ ਹੈ। ਗੌੜੀ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਗੌੜੀ ਬਾਣੀ ਵਿੱਚ ਅੱਗੇ ਆਪਾਂ ਨੂੰ ਕੀ ਸਮਝਾ ਰਹੇ ਨੇ। ਧੰਨ ਇਹੋ ਥਾਨ ਗੋਬਿੰਦ ਗੁਣ ਗਾਏ। ਗੋਬਿੰਦ ਦੇ ਗੁਣ ਗਾਵਿਆਂ ਮਨੁੱਖ ਦਾ ਇਹ ਹਿਰਦਾ ਥਾਂ ਭਾਗਾਂ ਵਾਲਾ ਬਣ ਜਾਂਦਾ ਹੈ। ਕੁਸਲ ਖੇਮ ਪ੍ਰਭ ਆਪ ਵਸਾਏ। ਰਹਾਓ। ਕਿਉਂਕਿ ਜਿਸ ਹਿਰਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਆ ਵਸਦੀ ਹੈ, ਉਸ ਵਿੱਚ ਪ੍ਰਭੂ ਨੇ ਆਪ ਹੀ ਸਾਰੇ ਸੁੱਖ, ਸਾਰੇ ਆਨੰਦ ਲਿਆਏ ਵਸਾਏ ਹਨ। ਰਹਾਓ ਰੁਕ ਜਾਣਾ। ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ। ਬਿਪਤ ਸਦਾ ਉਸ ਹਿਰਦੇ ਵਿੱਚ ਵਾਪਰੀ ਰਹਿੰਦੀ ਹੈ ਜਿਸ ਵਿੱਚ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਹੈ। ਕੋਟ ਆਨੰਦ ਜੈ ਹਰ ਗੁਣ ਗਾਈ। ਜਿਸ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਉੱਥੇ ਕਰੋੜਾਂ ਹੀ ਆਨੰਦ ਹਨ। ਹਰ ਬਿਸਰਿਆ ਦੁੱਖ ਰੋਗ ਘਨੇਰ। ਜੇ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਏ ਤਾਂ ਉਸ ਨੂੰ ਅਨੇਕਾਂ ਦੁੱਖ ਅਨੇਕਾਂ ਰੋਗ ਆ ਘੇਰਦੇ ਹਨ। ਜਦੋਂ ਉਸ ਮਾਲਕ ਦਾ ਨਾਮ ਭੁੱਲ ਜਾਂਦਾ ਹੈ ਤਾਂ ਅਨੇਕਾਂ ਰੋਗ ਚੰਬੜ ਜਾਂਦੇ ਨੇ, ਦੁੱਖ ਘੇਰ ਲੈਂਦੇ ਹਨ।
ਪ੍ਰਭ ਸੇਵਾ ਜਮ ਲਗੇ ਨਾ ਨੇਰੈ। ਪਰ ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਜਮ ਮੌਤ ਦਾ ਭਉ ਨੇੜੇ ਨਹੀਂ ਟੁਕਦਾ, ਆਤਮਕ ਮੌਤ ਨਹੀਂ ਆਉਂਦੀ। ਸੋ ਵਡਭਾਗੀ ਨਿਸ਼ਚਲ ਥਾਨ, ਉਹ ਹਿਰਦਾ ਥਾਂ ਵੱਡੇ ਭਾਗਾਂ ਵਾਲਾ ਹੈ। ਉਹ ਹਿਰਦਾ ਸਦਾ ਅਡੋਲ ਰਹਿੰਦਾ ਹੈ। ਜੈ ਜਪੀਏ ਪ੍ਰਭ ਕੇਵਲ ਨਾਮ, ਜਿਸ ਵਿੱਚ ਪਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ। ਜੈ ਜਾਈਏ ਤਹ ਨਾਲ ਮੇਰਾ ਸੁਆਮੀ, ਹੁਣ ਮੈਂ ਜਿੱਧਰ ਜਾਂਦਾ ਹਾਂ ਉੱਧਰ ਮੇਰਾ ਮਾਲਕ ਪ੍ਰਭੂ ਮੈਨੂੰ ਆਪਣੇ ਨਾਲ ਦਿਸਦਾ ਹੈ। ਨਾਨਕ ਕੋ ਮਿਲਿਆ ਅੰਤਰਜਾਮੀ, ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਆਪਣੀ ਕਿਰਪਾ ਨਾਲ ਮੈਨੂੰ ਗੁਰੂ ਨਾਨਕ ਨੂੰ ਮਿਲ ਪਿਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਗੇ ਆਪਾਂ ਨੂੰ ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਸਮਝਾ ਰਹੇ ਹਨ। ਗੌੜੀ ਮਹੱਲਾ ਪੰਜਵਾਂ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾ ਰਹੇ ਨੇ, ਜੋ ਪ੍ਰਾਣੀ ਗੋਬਿੰਦ ਧਿਆਏ ਤੇ ਆਵੈ। ਜਿਹੜਾ ਮਨੁੱਖ ਗੋਬਿੰਦ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਦਾ ਰਹਿੰਦਾ ਹੈ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਉਹ ਚਾਹੇ ਵਿਦਵਾਨ ਹੋਵੇ, ਚਾਹੇ ਵਿਦਿਆਹੀਨ ਹੋਵੇ, ਨਾ ਪੜ੍ਹਿਆ ਹੋਵੇ ਜਾਂ ਪੜ੍ਹਿਆ ਹੋਵੇ, ਉਹ ਸਭ ਤੋਂ ਉੱਚੀ ਆਤਮ ਅਵਸਥਾ ਹਾਸਲ ਕਰ ਲੈਂਦਾ ਹੈ। ਜੋ ਗੁਰੂ ਦੀ ਸਿਫਤ ਸਲਾਹ ਕਰਦਾ ਹੈ, ਗੁਰੂ ਨੂੰ ਯਾਦ ਕਰਦਾ ਹੈ ਆਪਣੇ ਹਿਰਦੇ ਵਿੱਚ। ਸਾਧੂ ਸੰਗ ਸਿਮਰ ਗੋਪਾਲ, ਗੁਰੂ ਦੀ ਸੰਗਤ ਵਿੱਚ ਰਹਿ ਕੇ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਿਆ ਕਰ, ਉਸ ਨੂੰ ਯਾਦ ਕਰਿਆ ਕਰੋ। ਗੁਰੂ ਦੀ ਸੰਗਤ ਵਿੱਚ ਰਹਿ ਕੇ ਬਿਨ ਨਾਮੈ ਝੂਠਾ ਧਨ ਮਾਲ ਰਹਾਓ, ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਧਨ ਕੋਈ ਮਾਲ ਪੱਕਾ ਸਾਥ ਨਿਭਾਉਣ ਵਾਲਾ ਨਹੀਂ ਹੈ। ਰਹਾਓ ਰੁਕ ਜਾਣਾ, ਠਹਿਰ ਜਾਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 198 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਸਮਝਾ ਰਹੇ ਨੇ। ਰੂਪਵੰਤ ਸੋ ਚਤੁਰ ਸਿਆਣਾ, ਉਹੀ ਮਨੁੱਖ ਰੂਪ ਵਾਲਾ ਹੈ, ਉਹੀ ਤੀਖਣ ਬੁੱਧ ਵਾਲਾ ਹੈ, ਉਹੀ ਸਿਆਣਾ ਹੈ। ਜਿਨ ਜਨ ਮਾਨਿਆ ਪ੍ਰਭ ਕਾ ਭਾਣਾ, ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਨੂੰ ਸਦਾ ਸਿਰ ਮੱਥੇ ਮੰਨਿਆ ਹੈ। ਜਗ ਮੈਂ ਆਇਆ ਸੋ ਪ੍ਰਵਾਨ, ਜਿਸ ਮਨੁੱਖ ਨੇ ਮਾਲਕ ਪ੍ਰਭੂ ਨੂੰ ਹਰੇਕ ਸਰੀਰ ਵਿੱਚ ਵਸਦਾ ਪਛਾਣ ਲਿਆ ਹੈ, ਉਹੀ ਮਨੁੱਖ ਜਗਤ ਵਿੱਚ ਆਇਆ ਸਫਲ ਹੈ। ਘਟ ਘਟ ਆਪਣਾ ਸੁਆਮੀ ਜਾਣ, ਆਪਣੇ ਮਾਲਕ ਪ੍ਰਭੂ ਨੂੰ ਹਰੇਕ ਸਰੀਰ ਵਿੱਚ ਵਸਦਾ ਪਛਾਣ। ਕਹੋ ਨਾਨਕ ਜਾਕੈ ਪੂਰਨ ਭਾਗ, ਹੇ ਨਾਨਕ ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ। ਹਰ ਚਰਨੀ ਤਾਂ ਕਾ ਮਨ ਲਾਗ, ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਲੱਗਾ ਰਹਿੰਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਹਰ ਕੈ ਦਾਸ ਸਿਉ ਸਾਕਤ ਨਹੀਂ ਸੰਗ, ਪਰਮਾਤਮਾ ਦੇ ਭਗਤ ਨਾਲ ਮਾਇਆ ਵੇੜੇ ਮਨੁੱਖ ਦਾ ਜੋੜ ਨਹੀਂ ਬਣ ਸਕਦਾ। ਉਹ ਵਿਖੀ ਉਸ ਰਾਮ ਕੋ ਰੰਗ ਰਹਾਓ, ਕਿਉਂਕਿ ਉਹ ਸਾਕਤ ਵਿਸ਼ਿਆਂ ਦਾ ਪਿਆਰਾ ਹੁੰਦਾ ਹੈ ਅਤੇ ਉਸ ਭਗਤ ਨੂੰ ਪਰਮਾਤਮਾ ਦੇ ਪ੍ਰੇਮ ਰੰਗ ਚੜ੍ਹਿਆ ਹੁੰਦਾ ਹੈ। ਰਹਾਓ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰ, ਹਰੀ ਦੇ ਦਾਸ ਅਤੇ ਸਾਕਤ ਦਾ ਸੰਗ ਇਉਂ ਹੀ ਹੈ ਜਿਵੇਂ ਕਿਸੇ ਅਨਾੜੀ ਅਸਵਾਰ ਵਾਸਤੇ ਇੱਕ ਸਜਾਈ ਹੋਈ ਘੋੜੀ ਹੋਵੇ। ਜਿਉਂ ਕਾਫੁਰ ਪੁਚਾਰੈ ਨਾਰੀ, ਜਿਉਂ ਕਾਪੁਰਖ ਪੁਚਾਰੈ ਨਾਰੀ, ਜਿਵੇਂ ਕੋਈ ਖੁਸਰਾ ਇਸਤਰੀ ਨੂੰ ਪਿਆਰ ਕਰਦਾ ਹੋਵੇ। ਬੈਲ ਕੋ ਨੇਤਰਾ ਪਾਏ ਦੁਲਾਵੈ, ਹਰੀ ਦੇ ਦਾਸ ਅਤੇ ਸਾਕਤ ਦਾ ਮੇਲ ਇਉਂ ਹੈ ਜਿਵੇਂ ਕੋਈ ਮਨੁੱਖ ਨਿਆਣਾ ਪਾ ਕੇ ਬਲਦ ਨੂੰ ਚੋਣ ਲੱਗ ਪਏ, ਭਾਵ ਬਲਦ ਨੂੰ ਢੰਗਾ ਪਾ ਕੇ ਚੋਣ ਲੱਗ ਪਏ। ਗੁਰੂ ਸਾਹਿਬ ਜੀ ਇਹ ਸਾਕਤ ਮਨੁੱਖ ਅਤੇ ਭਗਤਾਂ ਦੀ ਆਪਸੀ ਕੰਪੈਰੀਜ਼ਨ ਸਮਝਾ ਰਹੇ ਨੇ ਕਿ ਇੱਦਾਂ ਹੈ ਇਹਨਾਂ ਦਾ ਆਪਸੀ ਜੋੜ, ਕਿ ਇਹਨਾਂ ਦੀ ਆਪਸ 'ਚ ਐਵੇਂ ਬਣਦੀ ਹੈ। ਗਊ ਚਰ ਸਿੰਘ ਪਾਛੇ ਪਾਵੈ, ਜਿਵੇਂ ਕੋਈ ਮਨੁੱਖ ਗਾਂ ਉੱਤੇ ਚੜ੍ਹ ਕੇ ਉਸ ਨੂੰ ਸ਼ੇਰ ਦੀ ਪਿੱਛੇ ਦਹਾੜ ਲੱਗ ਪਏ।
ਗਊ 'ਤੇ ਚੜ੍ਹ ਕੇ ਸ਼ੇਰ ਵਾਂਗੂ ਦਹਾੜਨ ਲੱਗ ਪਵੇ। ਗਾਡਰ ਲੈ ਕਾਮਧੇਨ ਕਰ ਪੂੰਜੀ। ਹਰੀ ਦੇ ਭਗਤ ਅਤੇ ਸਾਖਤ ਦਾ ਜੋੜ ਇਉਂ ਹੈ ਜਿਵੇਂ ਕੋਈ ਮਨੁੱਖ ਭੇਡ ਲੈ ਕੇ ਉਸ ਨੂੰ ਕਾਮਧੇਨ ਮਿੱਥ ਕੇ ਪੂਜਣ ਲੱਗ ਪਏ। ਸੌਦਾ ਕੋ ਧਾਵੈ ਬਿਨ ਪੂੰਜੀ। ਜਿਵੇਂ ਕੋਈ ਮਨੁੱਖ ਸਰਮਾਏ ਤੋਂ ਬਿਨਾਂ ਹੀ ਸੌਦਾ ਖਰੀਦਣ ਉੱਠ ਦੌੜੇ। ਨਾਨਕ ਰਾਮ ਨਾਮ ਜਪ ਚੀਤ। ਹੇ ਨਾਨਕ, ਹਰੀ ਦੇ ਦਾਸਾਂ ਦੀ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਆਪਣੇ ਚਿੱਤ ਵਿੱਚ ਸਿਮਰ। ਉਸ ਨੂੰ ਯਾਦ ਕਰ। ਜੋ ਉਸ ਦੇ ਨਾਮ ਵਿੱਚ ਮਸਤ ਹਨ ਉਹਨਾਂ ਦੀ ਸੰਗਤ ਕਰ, ਜੋ ਉਸ ਦੇ ਨਾਮ ਵਿੱਚ ਰੰਗੇ ਹੋਏ ਹਨ। ਸਿਮਰ ਸੁਆਮੀ ਹਰ ਸਾ ਮੀਤ। ਪਰਮਾਤਮਾ ਵਰਗੇ ਮਾਲਕ ਦੇ ਮਿੱਤਰ ਦਾ ਸਿਮਰਨ ਕਰਿਆ ਕਰ, ਜੋ ਉਸ ਦਾ ਰੂਪ ਹਨ, ਜੋ ਉਸ ਦੀ ਸਿਫਤ ਸਲਾਹ ਹਰ ਰੋਜ਼ ਕਰਦੇ ਹਨ, ਹਰ ਵਕਤ ਕਰਦੇ ਹਨ, ਜੋ ਉਸ ਦੀ ਮੱਤ 'ਤੇ ਚੱਲਦੇ ਹਨ, ਗੁਰੂ ਦੀ ਸ਼ਬਦ 'ਤੇ ਚੱਲਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਸਾ ਮਤ ਨਿਰਮਲ ਕਹੀਅਤ ਧੀਰ। ਉਹ ਅਕਲ ਪਵਿੱਤਰ ਆਖੀ ਜਾਂਦੀ ਹੈ, ਧੀਰਜ ਵਾਲੀ ਆਖੀ ਜਾਂਦੀ ਹੈ। ਰਾਮ ਰਸਾਇਣ ਪੀਵਤ ਬੀਰ। ਜਿਸ ਦਾ ਆਸਰਾ ਲੈ ਕੇ ਮਨੁੱਖ ਸਭ ਰਸਾਂ ਤੋਂ ਸ੍ਰੇਸ਼ਟ ਪ੍ਰਭੂ ਨਾਮ ਦਾ ਰਸ ਪੀਂਦਾ ਹੈ। ਹਰ ਕੈ ਚਰਨ ਹਿਰਦੈ ਕਰ ਓਟ। ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਆਸਰਾ ਬਣਾ ਲੈਂਦਾ ਹੈ, ਭਾਵ ਗੁਰੂ ਦੇ ਸ਼ਬਦ ਨੂੰ ਵਸਾ ਲੈਂਦਾ, ਗੁਰੂ ਦੀ ਮੱਤ 'ਤੇ ਚੱਲਣ ਲੱਗ ਪੈਂਦਾ ਹੈ। ਜਨਮ ਮਰਨ 'ਤੇ ਹੋਵਤ ਛੋਟ। ਰਹਾਉ ਉਹ ਕੀਤਿਆਂ ਜਨਮ ਮਰਨ ਦੇ ਗੇੜ ਤੋਂ ਖਲਾਸੀ ਹੋ ਜਾਂਦੀ ਹੈ, ਭਾਵ ਮੁਕਤ ਹੋ ਜਾਂਦਾ ਜਨਮ ਮਰਨ ਦੇ ਬੰਧਨਾਂ ਤੋਂ। ਰਹਾਉ ਰੁਕ ਜਾਣਾ। ਸੋ ਤਨ ਨਿਰਮਲ ਜਿਤ ਉਪਜੇ ਨਾ ਪਾਪ। ਉਹ ਸਰੀਰ ਪਵਿੱਤਰ ਹੈ ਜਿਸ ਵਿੱਚ ਕੋਈ ਪਾਪ ਨਹੀਂ ਪੈਦਾ ਹੁੰਦਾ। ਰਾਮ ਰੰਗ ਨਿਰਮਲ ਪ੍ਰਤਾਪ। ਪਰਮਾਤਮਾ ਦੇ ਪ੍ਰੇਮ ਰੰਗ ਦੀ ਬਰਕਤ ਨਾਲ ਪਵਿੱਤਰ ਹੋਏ ਮਨੁੱਖ ਦਾ ਤੇਜ ਪ੍ਰਤਾਪ ਚਮਕਦਾ ਹੈ। ਸਾਧ ਸੰਗ ਮਿਟ ਜਾਤ ਵਿਕਾਰ। ਸਾਧ ਸੰਗਤ ਕਰਿਆਂ, ਸਾਧ ਸੰਗਤ ਵਿੱਚ ਰਿਹਾ, ਅੰਦਰੋਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ, ਭਾਵ ਗੁਰੂ ਦੇ ਪਿਆਰਿਆਂ ਦੀ ਸੰਗਤ, ਗੁਰੂ ਦੀ ਸ਼ਬਦ ਵਿੱਚ ਜੋ ਮਸਤ ਹਨ, ਜੋ ਗੁਰੂ ਦੀ ਸਿਫਤ ਸਲਾਹ ਕਰਦੇ ਹਨ, ਗੁਰੂ ਦੀ ਮੱਤ 'ਤੇ ਚੱਲਦੇ ਹਨ, ਉਹਨਾਂ ਦੀ ਸੰਗਤ ਕਰਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ਸਭ ਤੇ ਊਚ ਇਹੋ ਉਪਕਾਰ। ਸਾਧ ਸੰਗਤ ਦਾ ਸਭ ਤੋਂ ਉੱਚਾ ਇਹੀ ਉਪਕਾਰ ਹੈ। ਪ੍ਰੇਮ ਭਗਤ ਰਾਤੇ ਗੋਪਾਲ। ਜਿਹੜੇ ਮਨੁੱਖ ਪਰਮਾਤਮਾ ਦੀ ਪ੍ਰੇਮ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਨਾਨਕ ਜਾਚੈ ਸਾਧਰਵਾਲ। ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਇੱਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 198 ਅੰਗ ਦੇ ਮੱਧ ਤੱਕ ਪਹੁੰਚ ਗਏ ਹਾਂ। ਇੱਥੇ ਆਪਾਂ ਹੁਣ ਅੱਜ ਦੀ ਵਿਚਾਰ ਦੀ ਸਮਾਪਤੀ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦੇ ਹਾਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਦੇ ਹਾਂ। ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਬਖਸ਼ੰਦ ਪਿਤਾ ਹਨ, ਬਖਸ਼ ਲੈਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।